ਗੁਰੂ ਜੀ ਕੀ ਫਤਿਹ। ਸ਼ਬਦ ਜੋ ਅੱਜ ਦਾ ਅਸੀਂ ਵਿਚਾਰ ਵਾਸਤੇ ਰੱਖਿਆ, ਸੋਰਠ ਮਹਲਾ 9। ਗੁਰੂ ਗ੍ਰੰਥ ਸਾਹਿਬ ਦੇ 632 ਨੰਬਰ ਅੰਕ ਤੇ ਸ਼ਬਦ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਿਆ ਹੋਇਆ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਹੈ। ਪ੍ਰਾਣੀ ਕੌਣ ਉਪਾਉ ਕਰੈ, ਜਾਂ ਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ। ਰਹਾਉ। ਕੌਣ ਕਰਮ ਵਿਦਿਆ ਕੋ ਕੈਸੀ, ਧਰਮ ਕੌਣ ਫੁਨ ਕਰੀ। ਕੌਣ ਨਾਮ ਗੁਰ ਜਾ ਕੈ ਸਿਮਰੈ, ਭਵ ਸਾਗਰ ਕੋ ਤਰਈ। ਕਲ ਮੈਂ ਏਕ ਨਾਮ ਕਿਰਪਾ ਨਿਧ, ਜਹੇ ਜਪੈ ਗਤ ਪਾਵੈ। ਔਰ ਧਰਮ ਤਾਂ ਕਿਆ ਸਮ ਨਾਹਿਨ, ਇਹ ਬਿਦ ਵੇਦ ਬਤਾਵੈ। ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾਂ ਕੋ ਕਹਿਤ ਗੁਸਾਈ। ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਟੈਕਨੀਕ ਹੈਗੀ ਹੈ ਕਿ ਪਹਿਲੇ ਇੱਕ ਸਵਾਲ ਰੱਖਿਆ ਜਾਂਦਾ, ਫਿਰ ਉਹਦਾ ਉਸੇ ਸ਼ਬਦ ਦੇ ਵਿੱਚ ਜਵਾਬ ਵੀ ਦਿੱਤਾ ਜਾਂਦਾ। ਇੱਕ ਵਿਲੱਖਣ ਟੈਕਨੀਕ ਹੈ ਕਿ ਹਰ ਇੱਕ ਦੇ ਮਨ ਦੇ ਜੋ ਭਾਵ ਨੇ, ਜੋ ਵਿਚਾਰ ਹੈ, ਜੋ ਕੁਐਸਚਨ ਨੇ, ਉਸ ਕੁਐਸਚਨ ਨੂੰ ਉਹ ਆਪ ਪੁੱਟ ਅਪ ਕਰਨ ਦੇ ਵਿੱਚ ਸ਼ਾਇਦ ਸਮਰਥ ਨਾ ਹੋਏ, ਤੇ ਗੁਰੂ ਸਾਹਿਬ ਉਹਦੀ ਗੱਲ, ਉਹਦੀ ਭਾਸ਼ਾ, ਉਹਦਾ ਕੁਐਸਚਨ ਆਪ ਹੀ ਬਾਣੀ ਦੇ ਵਿੱਚ ਪਹਿਲੇ ਰੱਖ ਦਿੰਦੇ ਨੇ, ਉਹਦਾ ਜਵਾਬ ਦਿੰਦੇ ਨੇ। ਔਰ ਇਹਦੇ 'ਚ ਸਭ ਤੋਂ ਪਹਿਲੀ ਜਿਹੜੀ ਰਹਾਉ ਦੀ ਪੰਕਤੀ ਹੈ, ਉਹਦੇ 'ਚ ਸਵਾਲ ਹੀ ਇਹੀ ਕੀਤਾ ਹੈਗਾ, ਪ੍ਰਾਣੀ ਕੌਣ ਉਪਾਉ ਕਰੇ। ਪ੍ਰਾਣੀ ਕਿਹੜਾ ਉਪਾਉ ਕਰੇ। ਉਪਾਉ ਦਾ ਮਤਲਬ ਹੁੰਦਾ ਹੈ ਸਾਧਨ, ਵਿਧੀ, ਮੈਥਡ, ਤਰੀਕਾ। ਜਿਸ ਤਰ੍ਹਾਂ ਅਸੀਂ ਜਪਜੀ ਸਾਹਿਬ ਦੀ ਬਾਣੀ ਸ਼ੁਰੂਆਤ ਵਿੱਚ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈ ਹੈ, ਕੁਐਸਚਨ ਰੱਖਿਆ ਨਾ, ਕਿਵ ਕੂੜਾ ਟੁੱਟੇ ਪਾਲ, ਸਵਾਲ। ਔਰ ਜਿਤਨੀ ਵੀ ਗੁਰਬਾਣੀ ਅਸੀਂ ਪੜ੍ਹਦੇ ਹਾਂ, ਤੁਸੀਂ ਨੋਟਿਸ ਕਰਨਾ, ਜਿਤਨੇ ਵੀ ਸਵਾਲ ਨੇ ਉਹ ਕੱਕੇ ਤੋਂ ਸ਼ੁਰੂ ਹੁੰਦੇ ਨੇ। ਕੌਣ, ਕਿਵ, ਕਿਨ, ਕਤ, ਇਹ ਸਾਰੇ ਜਿਹੜੇ ਨਾ, ਕਾਹੇ, ਕਵਨ, ਕੌਣ, ਇਹ ਸਾਰੇ ਜਿੰਨੇ ਵੀ ਕੁਐਸਚਨ ਨੇ ਸਾਰੇ ਕੱਕੇ ਤੋਂ ਸਟਾਰਟ ਹੁੰਦੇ ਨੇ। ਇਹ ਸਾਰੇ ਕੁਐਸਚਨ। ਹੁਣ ਉਪਾਉ ਦਾ ਮੀਨਿੰਗ ਜਿਹੜਾ ਹੈਗਾ, ਕਿਸ ਚੀਜ਼ ਦਾ ਉਪਾਉ ਦੀ ਗੱਲ ਕਰ ਰਹੇ ਨੇ। ਜਾਂ ਤੇ ਭਗਤ ਰਾਮ ਕੀ ਪਾਵੇ, ਜਮ ਕੋ ਤਰਾਸ ਹਰੈ। ਜਮ ਦੀ ਤਰਾਸ, ਜਮ ਦਾ ਡਰ ਜਿਹੜਾ ਹੈ ਉਹ ਹਟ ਜਾਏ। ਜਿਤਨੇ ਵੀ ਇੱਕ, ਕਿਉਂਕਿ ਧਰਮ ਦੀ ਗੱਲ ਹੈ ਕਿ ਧਰਮ ਦੇ ਵਿੱਚ ਜਿਹੜੀ ਉਪਾਉ ਦੀ ਜਦੋਂ ਵੀ ਗੱਲ ਕੀਤੀ ਜਾਂਦੀ ਨਾ, ਉਹਦਾ ਉਪਾਉ ਦਾ ਮਤਲਬ ਇਹੀ ਹੁੰਦਾ ਕਿ ਮੈਨੂੰ ਮੁਕਤੀ ਮਿਲ ਜਾਏ, ਮੇਰੇ ਰੱਬ ਦੇ ਨਾਲ ਮਿਲਾਪ ਹੋ ਜਾਏ, ਮੇਰੇ ਵਿਕਾਰਾਂ ਤੋਂ ਛੁਟਕਾਰਾ ਹੋ ਜਾਏ। ਇਹ ਗੱਲਾਂ ਦੇ ਉਪਾਉ ਦੀ ਗੱਲ ਧਰਮ ਦੇ ਵਿੱਚ ਕੀਤੀ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਬਾਣੀ ਅਸੀਂ ਪੜ੍ਹਦੇ ਹਾਂ, ਮੈਂ ਕੁਛ ਗੱਲਾਂ ਬਾਣੀ ਦੀਆਂ ਔਰ ਕੁਛ ਬਾਕੀ ਗੱਲਾਂ ਵੀ ਤੁਹਾਡੇ ਨਾਲ ਸਾਂਝ ਕਰਨੀ, ਸ਼ਾਇਦ ਟਾਈਮ ਥੋੜਾ ਜ਼ਿਆਦਾ ਲੱਗ ਸਕਦਾ। ਅੱਜ ਟੌਪਿਕ ਥੋੜਾ ਲੰਬਾ ਹੈ ਅੱਜ ਦਾ। ਜਿਤਨੀ ਵੀ ਅਸੀਂ ਬਾਣੀ ਪੜ੍ਹਦੇ ਹਾਂ, ਜੋ ਗੁਰੂ ਸਾਹਿਬ ਨੇ ਲਿਖੀ ਹੈ, ਜਾਂ ਭਗਤ ਸਾਹਿਬਾਨਾਂ ਨੇ, ਜਾਂ ਦੂਸਰੇ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਮਿਲਦੀ ਹੈ, ਜੋ ਕਿਹਾ ਗਿਆ, ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਜਾਂ ਕਿਸੇ ਬੰਦੇ, ਉਹ ਉਹਨਾਂ ਨੇ ਆਪ ਆਪਣੇ ਜੀਵਨ ਦੇ ਵਿੱਚ ਉਸ ਤਰ੍ਹਾਂ ਦਾ ਹੰਢਾ ਕੇ ਦਿਖਾਇਆ। ਯਾਨੀ ਕਿ ਕਥਨੀ ਔਰ ਕਰਨੀ ਦੇ ਵਿੱਚ ਕਿਤੇ ਵੀ ਸਾਨੂੰ ਫਰਕ ਨਹੀਂ ਨਜ਼ਰ ਆਉਂਦਾ। ਆਮ ਦੁਨੀਆ ਦੇ ਵਿੱਚ ਹੋ ਸਕਦਾ ਜੋ ਬੰਦਾ ਕਹਿ ਰਿਹਾ, ਹੋ ਸਕਦਾ ਦਿਖਾਵੇ ਵਾਸਤੇ ਜਾਂ ਕੋਈ ਚੰਗਾ ਬਣਨ ਵਾਸਤੇ, ਜਾਂ ਲੋਕ ਦਿਖਾਵੇ ਵਾਸਤੇ ਉਹ ਕੋਈ ਚੀਜ਼ਾਂ ਕਹਿ ਜਾਂਦੇ ਆ, ਉਹਦੇ ਕਹਿਣ ਦੇ ਉਹਦੇ ਕਰਨ ਦੇ ਵਿੱਚ ਫਰਕ ਹੋ ਸਕਦਾ। ਮੇਰੇ ਕਹਿਣ ਔਰ ਮੇਰੇ ਕਰਨ ਦੇ ਵਿੱਚ ਫਰਕ ਹੋ ਸਕਦਾ। ਲੇਕਿਨ ਜਿੱਥੇ ਤੱਕ ਅਸੀਂ ਗੁਰੂ ਦਾ ਇਤਿਹਾਸ ਪੜ੍ਹੀਏ ਜਾਂ ਗੁਰਬਾਣੀ ਪੜ੍ਹੀਏ, ਜਾਂ ਜਿਤਨਾ ਵੀ ਅਸੀਂ ਇਹਨੂੰ ਸਮਝਦੇ ਹਾਂ, ਉਹ ਕਿਤੇ ਵੀ ਗੁਰੂ ਸਾਹਿਬ ਨੇ ਜੋ ਕਿਹਾ, ਉਹ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਸੀ, ਜਾਂ ਉਹਨਾਂ ਦੀ ਜਿਹੜੀ ਦਿਨਚਰਿਆ ਸੀ, ਜਾਂ ਜੋ ਉਹਨਾਂ ਦਾ ਕਾਰ ਵਿਹਾਰ ਸੀ, ਉਸ ਤੋਂ ਵੱਖਰਾ ਨਹੀਂ ਹੋ ਸਕਦਾ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਕਿ ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਹਿਆ ਵਾਓ, ਇਹ ਸਾਡੇ ਵਾਸਤੇ ਹੈ ਕਿ ਜੋ ਅੰਦਰ ਜੀਜ ਹੁੰਦਾ ਹੈ ਨਾ, ਉਹ ਸਾਹਮਣੇ ਆ ਹੀ ਜਾਂਦਾ। ਜਿਸ ਤਰ੍ਹਾਂ ਹੁਣੇ ਅਸੀਂ ਇਹ ਗੱਲ ਕਰ ਰਹੇ ਹਾਂ ਪੋਲੀਟਿਕਸ ਦੀ, ਉਹ ਜੋ ਅੰਦਰ ਹੈ ਨਾ,
ਉਹ 2 ਦਿਨ ਬਾਅਦ ਪ੍ਰਗਟ ਹੋ ਗਿਆ। ਜਿਸ ਤਰ੍ਹਾਂ ਉਹਨੇ ਤੁਸੀਂ ਗੱਲ ਕੀਤੀ, ਉਹ ਕਹਿੰਦਾ ਖਾ ਜਾਓ। ਉਹ ਅੰਦਰ ਸੀ, ਭਾਵੇਂ ਉਹ 1 ਦਿਨ 2 ਦਿਨ ਉਹਨੇ ਭਾਸ਼ਣ ਦਿੱਤਾ, ਬੜੇ ਵਧੀਆ ਵਧੀਆ ਲੈਕਚਰਦਾਰ ਲੈਕਚਰ ਦਿੱਤੇ, ਲੁਭਾਇਆ, ਪਿਛਲੇ ਲੋਕਾਂ ਨੇ ਉਹਨੂੰ ਟੌਪ ਤੇ ਵੀ ਬਿਠਾ ਦਿੱਤਾ ਉਹਦੀਆਂ ਗੱਲਾਂ ਸੁਣ ਸੁਣ ਕੇ। ਲੇਕਿਨ ਹੁਣ ਜੋ ਅੰਦਰ ਸੀ ਨਾ, ਉਹ ਪ੍ਰਗਟ ਹੋ ਗਿਆ ਸਾਹਮਣੇ। ਹੁਣ ਮੂੰਹ ਕਾ ਕਹਿਆ ਵਾਹ, ਉਹ ਜਿਹੜਾ ਮੂੰਹ ਤੋਂ ਕਿਹਾ ਹੋਇਆ ਸੀ ਨਾ, ਉਹ ਵਾਹ ਹੋ ਗਿਆ, ਹਵਾ ਹੋ ਗਿਆ। ਉਹਦੀ ਕੋਈ ਵੈਲਿਊ ਨਹੀਂ ਰਹੀ। ਸੋ ਗੁਰਬਾਣੀ ਜਿਹੜੀ ਹੈ ਉਹ ਬਿਲਕੁਲ ਸਪਸ਼ਟ ਹੈਗੀ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਉਹ ਹਮੇਸ਼ਾ ਇੱਕੋ ਗੱਲ ਗੁਰਬਾਣੀ ਕਿ ਤੇਰੇ ਮਨ ਔਰ ਮੁਖ ਦੇ ਵਿੱਚ ਇੱਕ ਗੱਲ ਰਹੇ, ਇੱਕੋ ਜਿਹਾ ਰਹੇ ਤੂੰ। ਇਸੇ ਕਰਕੇ ਮੂੰਹ ਦੀ ਕੋਈ ਗੱਲ ਨਹੀਂ ਕੀਤੀ। ਹਮੇਸ਼ਾ ਜਿਹੜੀ ਗੁਰਬਾਣੀ ਅਸੀਂ ਪੜ੍ਹਦੇ ਹਾਂ, ਮਨ ਦੀ ਗੱਲ ਕੀਤੀ ਹਮੇਸ਼ਾ। ਮਨ ਤੂੰ ਜੋ ਸਰੂਪ ਹੈ, ਇਹ ਮਨ ਚੰਚਲਾ, ਇਹ ਮਨ ਪਿਆਰਿਆ। ਕਿਉਂਕਿ ਜਿਹੜਾ ਬੰਦੇ ਦੇ ਮਨ ਜਦੋਂ ਠੀਕ ਹੋ ਜਾਂਦਾ ਨਾ, ਫਿਰ ਉਹਦੇ ਬੋਲ ਆਪਣੇ ਆਪ ਹੀ ਠੀਕ ਹੋ ਜਾਂਦੇ ਨੇ। ਜੇ ਬੋਲ ਠੀਕ ਹੋ ਜਾਣ, ਕਿਸੇ ਤਰੀਕੇ ਉਹ ਬਨਾਵਟੀ ਬਣਾ ਲਏ ਔਰ ਮਨ ਨਾ ਹੋਏ, ਤੇ ਉਹ ਹਮੇਸ਼ਾ ਅੱਗੇ ਜਾ ਕੇ ਉਹਦੀ ਸੱਚਾਈ ਸਾਹਮਣੇ ਆ ਹੀ ਜਾਂਦੀ ਹੈ, ਅੱਜ ਨਹੀਂ ਤੇ ਕੱਲ। ਸੋ ਗੁਰਬਾਣੀ ਦੀ ਜਦੋਂ ਅਸੀਂ ਇਸ ਤਰ੍ਹਾਂ ਦੀ ਪੜ੍ਹਦੇ ਹਾਂ, ਔਰ ਇਹ ਜਿਹੜਾ ਕੁਐਸਚਨ ਹੈਗਾ, ਉਸ ਦੇ ਕੁਐਸਚਨ ਦਾ ਵਿੱਚ ਜਿਹੜਾ ਆਨਸਰ ਸਾਨੂੰ ਅੱਗੇ ਮਿਲੇਗਾ, ਉਸ ਆਨਸਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਨਾਲ ਅਸੀਂ ਰਿਲੇਟ ਕਰੀਏ, ਤੇ ਸਾਨੂੰ ਜੋ ਇਹਨਾਂ ਦਾ ਐਕਚੁਅਲ ਜੀਵਨ ਸੀ ਉਹਦੇ ਨਾਲ ਬਿਲਕੁਲ ਮੈਚ ਕਰਦਾ ਨਜ਼ਰ ਆਏਗਾ। ਲੇਕਿਨ ਜੋ ਕਹਾਣੀਆਂ ਸਾਨੂੰ ਸੁਣਾਈਆਂ ਜਾਂਦੀਆਂ, ਉਹਨਾਂ ਕਹਾਣੀਆਂ ਦੇ ਨਾਲ ਇਹ ਗੁਰਬਾਣੀ ਮੈਚ ਨਹੀਂ ਕਰਦੀ। ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਉਹ ਸ਼ੰਕਾ, ਉਹ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਕਿ ਇਹ ਕਹਾਣੀ ਦੇ ਵਿੱਚ ਕਿਤੇ ਝੂਠ ਤੇ ਨਹੀਂ। ਜੇ ਗੁਰਬਾਣੀ 'ਚ ਗੁਰੂ ਸਾਹਿਬ ਦੀ ਬਾਣੀ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਹ ਕਹਿੰਦੀ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਆਤੇ ਐਨਿਸ ਪਾਗੋ। ਤੇ ਮਨ ਦਾ ਮਾਨ ਤਿਆਗਣ ਦੀ ਗੱਲ ਕੀਤੀ ਜਾ ਰਹੀ ਹੈ, ਗੁਰੂ ਤੇਗ ਬਹਾਦਰ ਸਾਹਿਬ ਆਪ ਕਰ ਰਹੇ ਨੇ। ਤੇ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਇਹ ਗੱਲ ਕਹੀ ਜਾਏ ਕਿ ਉਹ ਤਿਆਗੀ ਹੋ ਕੇ 23 ਸਾਲ 9 ਮਹੀਨੇ ਤੇ 13 ਦਿਨ ਤਪੱਸਿਆ ਕਰਦੇ ਰਹੇ ਹਨੇਰੇ ਕਮਰੇ ਦੇ ਵਿੱਚ, ਤੇ ਗੱਲ ਉਹਨਾਂ ਦੇ ਵਾਸਤੇ ਜਾਇਜ਼ ਬਣਦੀ ਨਹੀਂ, ਕਿਤੇ ਵੀ ਮੈਚ ਨਹੀਂ ਕਰਦੀ। ਔਰ ਇਹ ਗੱਲ ਬੜੀ ਜ਼ਿਆਦਾ ਪ੍ਰਚਾਰੀ ਗਈ। ਬੜੀ ਹੈਰਾਨਗੀ ਦੀ ਗੱਲ ਹੈ ਕਿ ਬੜੇ ਸਟੇਜਾਂ ਤੋਂ ਸਾਨੂੰ ਇਹ ਗੱਲ ਸੁਣਾਈ ਸਮਝਾਈ ਗਈ। ਔਰ ਇਹਨਾਂ ਦਿਨਾਂ ਦੇ ਜਦੋਂ ਸ਼ਹੀਦੀ ਪੁਰਬ ਹੋਇਆ ਤੇ ਮੈਸੇਜ ਵੀ ਆਏ ਕਿ 23 ਸਾਲ 9 ਮਹੀਨੇ 13 ਦਿਨ ਉਹ ਭੋਰੇ ਹਨੇਰੇ ਕਮਰੇ ਦੇ ਵਿੱਚ ਬਹਿ ਕੇ ਤਪੱਸਿਆ ਕਰਦੇ ਰਹੇ, ਦੁਨੀਆ ਤੋਂ ਉਪਰਾਮ ਹੋ ਗਏ। ਜੇ ਉਹਨਾਂ ਦੀ ਬਾਣੀ ਇਹ ਕਹਿੰਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, न निंदिया न उस जाके लोभ मोह मान्या, काम करोते रहे न्यारो ने माहे मान अपमाना, सुख दुख से काम करोजे परसे नहीं तय घट ब्रह्म निवासा ਉਹਦੀ ਗੱਲ ਉਸ ਸ਼ਬਦ ਦੇ ਵਿੱਚ ਕੀਤੀ ਹੈ। ਹੁਣ ਕਾਮ ਕ੍ਰੋਧ ਜਾਂ ਪਰਸੇ ਨਹੀਂ, ਤੈ ਘਟ ਬ੍ਰਹਮ ਨਿਵਾਸਾ ਦੀ ਗੱਲ ਕਰੇ ਕਿ ਉਸ ਨੂੰ ਬ੍ਰਹਮ ਦਾ ਨਿਵਾਸ ਮਿਲਦਾ ਜਿਹੜਾ ਕਾਮ ਕ੍ਰੋਧ ਇਹਨਾਂ ਵਿਕਾਰਾਂ ਤੋਂ ਹਟਦਾ ਹੈ। ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਆਖਿਰ ਤਪੱਸਿਆ ਕਿਉਂ ਕਰੇਗਾ ਕੋਈ ਬੰਦਾ? ਭੋਰੇ ਦੇ ਬੈਠ ਵਿੱਚ ਜਾਂ ਜੰਗਲਾਂ ਵਿੱਚ ਜਾ ਕੇ ਜਾਂ ਪਹਾੜਾਂ ਤੇ ਜਾ ਕੇ ਜਾਂ ਤਿਆਗੀ ਹੋ ਕੇ ਜਾਂ ਉਪਰਾਮ ਹੋ ਕੇ ਉਹਦਾ ਮਕਸਦ ਕੀ ਹੈ? ਮੇਰੇ ਕਾਮ ਕ੍ਰੋਧ ਵਿਕਾਰ ਛੁੱਟ ਜਾਣ, ਮੈਨੂੰ ਮੁਕਤੀ ਮਿਲ ਜਾਏ, ਮੇਰਾ ਰੱਬ ਦੇ ਨਾਲ ਮਿਲਾਪ ਹੋ ਜਾਏ। ਇਹੀ ਕਾਰਨ ਨੇ 4-5 ਹੋਰ। ਇਹਨਾਂ ਚੀਜ਼ਾਂ ਦਾ ਮਕਸਦ ਕੀ ਹੈ? ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਵੀ ਉਹ ਕਰਦੇ ਦਿਖਾ ਰਹੇ ਨੇ ਉਹਨਾਂ ਕਹਾਣੀਆਂ ਦੇ ਮੁਤਾਬਿਕ, ਇਹਦਾ ਮਤਲਬ ਉਹਨਾਂ ਦੇ ਇਹ ਵਿਕਾਰ ਨਹੀਂ ਛੁੱਟੇ ਸੀ, ਤਾਂ ਹੀ ਤੇ ਕਰ ਰਹੇ ਸੀ। ਉਹਨਾਂ ਨੂੰ ਕੋਈ ਰੱਬ ਦੀ ਪ੍ਰਾਪਤੀ ਨਹੀਂ ਸੀ ਹੋਈ, ਜਾਂ ਉਹਨਾਂ ਤੋਂ ਇਹ ਜਿਹੜਾ ਕਾਮ ਕ੍ਰੋਧ ਲੋਭ ਇਹੜਾ ਵਿਕਾਰ ਹਟੇ ਨਹੀਂ ਸੀ, ਤਾਂ ਹੀ ਤੇ ਦਿਖਾਇਆ ਗਿਆ ਨਾ, ਤਾਂ ਹੀ ਉਹ ਕਰੇਗਾ। ਇਸ ਤਰ੍ਹਾਂ ਦੀ ਬੜੀਆਂ ਕਹਾਣੀਆਂ ਨੇ। ਜੇ ਗੁਰੂ ਅਮਰਦਾਸ ਜੀ ਬਾਰੇ ਕਹਾਣੀ ਬਣਾ ਦਿੱਤੀ ਕਿ ਉਹ ਕੇਸ ਕਿੱਲੀ ਨਾਲ ਬਣ ਕੇ ਤਪੱਸਿਆ ਕਰਦੇ ਰਹੇ, ਦੀਵਾਰ ਤੇ ਵੀ ਲਿਖ ਦਿੱਤਾ ਗਿਆ, ਪਤਾ ਨਹੀਂ ਕਿੱਥੋਂ ਕਿੰਨੇ ਬਣਾਈ ਉਹ ਕਹਾਣੀ। ਹੁਣ ਗੁਰੂ ਅਮਰਦਾਸ ਦੀ ਬਾਣੀ ਨੂੰ ਅਸੀਂ ਮੰਨੀਏ ਜਾਂ ਉਸ ਕਿਸੇ ਬੰਦੇ ਦੇ ਹੱਥ ਦਾ ਲਿਖਿਆ ਹੋਇਆ ਮੰਨੀਏ, ਲੇਕਿਨ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਛੋਟਾ ਕਰਨ ਵਾਸਤੇ ਇਹ ਸਾਜ਼ਿਸ਼ਾਂ ਹੈਗੀਆਂ ਕਿ ਜਿਹੜੇ ਗੁਰੂ ਨੂੰ ਤੁਸੀਂ ਮੰਨ ਰਹੇ ਹੋ ਨਾ, ਗੁਰੂ ਉਹਨੂੰ ਤੇ ਆਪ ਹੀ ਰੱਬ ਦੀ ਪ੍ਰਾਪਤੀ ਨਹੀਂ ਹੋਈ, ਉਹ ਤੇ ਆਪ ਕੇਸ ਨਾਲ ਕਿੱਲੀ ਨਾਲ ਬਣ ਕੇ ਕੁਝ ਕਰਦਾ ਰਿਹਾ ਉਹਦੀ ਪ੍ਰਾਪਤੀ ਵਾਸਤੇ। ਤੇ ਤੁਸੀਂ ਇਹ ਸ਼ੰਕੇ ਪੈਦਾ ਕਰਨ ਦੀਆਂ ਗੱਲਾਂ ਸਾਡੇ 'ਚ ਪੈਦਾ ਕੀਤੀਆਂ ਗਈਆਂ। ਮੈਂ ਇਸ ਕਰਕੇ ਕਰ ਰਿਹਾ ਕਿ ਗੁਰਬਾਣੀ ਔਰ ਇਤਿਹਾਸ ਸਾਡੇ ਦੋਨੋਂ ਜਦ ਤੱਕ ਸਾਹਮਣੇ ਨਹੀਂ ਹੋਣਗੇ ਨਾ ਰਿਐਲਿਟੀ, ਤਦ ਤੱਕ ਸਾਨੂੰ ਇਹ ਗੱਲਾਂ ਸਾਨੂੰ ਘੁਮਾਏ ਦਿੱਤੀਆਂ ਜਾਂਦੀਆਂ। ਕਈ ਸਾਲਾਂ ਤੋਂ ਸਾਨੂੰ ਘੁਮਾਇਆ ਜਾ ਰਿਹਾ ਇਸ ਗੱਲਾਂ ਵਿੱਚ। ਸੋ 23 ਸਾਲ 9 ਮਹੀਨੇ ਤੇ 13 ਦਿਨ ਦਾ ਪੀਰੀਅਡ ਜਿਹੜਾ ਨਾ, ਇਹ ਕਿਸ ਤਰ੍ਹਾਂ ਬਣਿਆ ਔਰ ਕਿਸ ਤਰ੍ਹਾਂ ਆਇਆ? ਕਿਉਂਕਿ
ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਜੋ ਇਤਿਹਾਸ ਦੇ ਵਿੱਚ ਸਾਨੂੰ ਜੋ ਉਹਨਾਂ ਦੀ ਸ਼ੁਰੂਆਤ ਦੀ ਇੱਕ ਕਦੀ ਘਟਨਾ ਮਿਲਦੀ ਹੈ ਜਦੋਂ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਗਿਆ, ਤੇ ਜਾਂ ਫਿਰ ਉਹਨਾਂ ਦੀ ਜਿਹੜੀ ਸ਼ਹੀਦੀ ਦੀ ਘਟਨਾ ਮਿਲਦੀ ਹੈ, ਇਹਨਾਂ ਦੋਵਾਂ ਘਟਨਾਵਾਂ ਦੇ ਵਿੱਚ ਦਾ ਜਿਹੜਾ ਪੀਰੀਅਡ ਹੈ ਨਾ, ਉਸ ਪੀਰੀਅਡ ਦਾ ਇਤਿਹਾਸ ਜ਼ਿਆਦਾਤਰ ਦੱਸਿਆ ਨਹੀਂ ਜਾਂਦਾ, ਜ਼ਿਆਦਾ ਪ੍ਰਚਲਿਤ ਨਹੀਂ ਹੈ। ਤੇ ਉਹ ਪ੍ਰਚਲਿਤ ਨਾ ਹੋਣ ਕਰਕੇ ਐਸੀ ਇੱਕ ਹੋਰ ਖੇਡ ਬਣਾ ਦਿੱਤੀ ਕਿ ਇਹਨਾਂ ਦੇ ਵਿੱਚ ਪ੍ਰਚਲਿਤ ਨਹੀਂ ਹੈ, ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਇਹਦੇ ਬਾਰੇ ਜ਼ਿਆਦਾ ਗਿਆਨ ਨਹੀਂ ਹੈ, ਤੇ ਇਹ ਜਿਹੜਾ 23 ਸਾਲ ਦਾ ਪੀਰੀਅਡ ਬਣਦਾ ਨਾ ਤਕਰੀਬਨ, ਇਹਨੂੰ ਇਸ ਤਰ੍ਹਾਂ ਦੱਸ ਦਿੱਤਾ ਕਿ ਇਹ ਹੈ ਹੀ ਨਹੀਂ ਸੀ, ਇੱਥੇ ਪੋਰੇ 'ਚ ਬੈਠੇ ਹੋਏ ਸੀ, ਪ੍ਰੈਜ਼ੈਂਟ ਹੀ ਨਹੀਂ ਸੀ ਇਸ ਦੁਨੀਆ ਵਿੱਚ, ਆਮ ਲੋਕਾਂ 'ਚ ਵਿਚਰ ਹੀ ਨਹੀਂ ਸੀ ਰਹੇ। ਇਸ ਕਨਸਪੀਰੇਸੀ ਦੇ ਨਾਲ, ਇਸ ਛਣਯੰਤਰ ਦੇ ਨਾਲ ਇਹ ਗੱਲ ਬਣਾ ਦਿੱਤੀ ਗਈ। ਹੁਣ ਜਦੋਂ ਵੀ ਸੁਨਿਆਰਾ ਹੁੰਦਾ ਨਾ, ਸੁਨਿਆਰੇ ਦੇ ਕੋਲ ਕੋਈ ਸੋਨਾ ਆਉਂਦਾ ਨਾ, ਤੇ ਉਹਦੀ ਨਜ਼ਰ ਇੱਕ ਪੈਂਦੀ ਹੈ ਉਹਦੇ ਸੋਨੇ ਤੇ, ਉਹਦੇ ਸੋਨੇ ਤੇ ਨਜ਼ਰ ਪੈਣ ਤੋਂ ਬਾਅਦ ਉਹਨੂੰ ਕੁਛ ਨਾ ਕੁਛ ਉਹਦੇ ਬਾਰੇ ਪਤਾ ਲੱਗ ਜਾਂਦਾ ਹਲਕਾ ਫੁਲਕਾ ਕਿ ਇਹ ਪਿਓਰਿਟੀ ਕਿੰਨੀ ਕੁ ਹੈਗੀ ਹੈ ਔਰ ਕਿੰਨਾ ਕੁ ਇਹਦੇ 'ਚ ਐਕਚੁਅਲ ਸੋਨਾ ਹੈਗਾ, ਕਿੰਨੇ ਕੈਰਟ ਦਾ ਹੋਏਗਾ। ਲੇਕਿਨ ਆਪਣੀ ਨਜ਼ਰ ਤੇ ਵੀ ਉਹ ਵਿੱਚ ਭਰੋਸਾ ਨਹੀਂ ਕਰਦਾ, ਉਸਦੇ ਬਾਵਜੂਦ ਉਹ ਕਸਵੱਟੀ ਜ਼ਰੂਰ ਲਗਾਉਂਦਾ ਉਹਦੇ ਤੇ। ਇਸ ਤਰ੍ਹਾਂ ਨਹੀਂ ਕਰਦਾ ਕਿ ਸੋਨਾ ਲੈਣਾ ਹੈ ਤੇ ਦੇਖਦਾ ਕਰਨਾ ਚੱਲ ਇੰਨਾ ਮੁੱਲ ਲੈ ਜਾਵੇ, ਉਹਨੂੰ ਟੈਸਟ ਜ਼ਰੂਰ ਕਰਦਾ ਇੱਕ ਵਾਰੀ। ਟੈਸਟ ਕਰਨ ਤੋਂ ਬਾਅਦ ਜੋ ਕਸਵੱਟੀ ਦੱਸਦੀ ਹੈ, ਜਾਂ ਦੋ ਅੱਜ ਕੱਲ੍ਹ ਦੀ ਨਵੀਂ ਮਾਡਰਨ ਜੋ ਟੈਸਟਿੰਗ ਮਸ਼ੀਨ ਜੋ ਦੱਸਦੀ ਹੈ, ਜੋ ਪਿਓਰਿਟੀ ਦੱਸਦੀ ਹੈ, ਉਸ ਪਿਓਰਿਟੀ ਦੇ ਹਿਸਾਬ ਨਾਲ ਉਹਨੂੰ ਦੱਸਦਾ ਕਿ ਹਾਂ ਵੀ ਇਹਦੀ ਕਿੰਨੀ ਪਿਓਰਿਟੀ ਹੈ। ਆਪਣੀ ਅੱਖ ਤੇ ਤਾਂ ਵੀ ਵਿਸ਼ਵਾਸ ਨਹੀਂ ਕਰਦਾ। ਹੁਣ ਸੇਮ ਹਾਲਤ ਸਾਡੀ ਹੈ, ਜੇ ਸਾਡੇ ਕੋਲ ਕਸਵੱਟੀ ਹੈਗੀ ਗੁਰਬਾਣੀ, ਸਾਡੇ ਕੋਲ ਕਸਵੱਟੀ ਸਭ ਤੋਂ ਵੱਡੀ ਗੁਰਬਾਣੀ ਦੀ ਹੈ। ਜੇਕਰ ਅਸੀਂ ਕਿਸੇ ਗੱਲ ਨੂੰ ਮੰਨਣਾ, ਜੇ ਗੁਰਬਾਣੀ ਦੀ ਕਸਵੱਟੀ ਤੇ ਉਹ ਗੱਲ ਠੀਕ ਉਤਰਦੀ ਹੈ, ਫਿਰ ਤੇ ਸਾਨੂੰ ਮੰਨ ਲੈਣੀ ਚਾਹੀਦੀ ਹੈ, ਤੇ ਜੇ ਨਹੀਂ ਉਤਰਦੀ ਤੇ ਸਾਨੂੰ ਪਤਾ ਲੱਗਣਾ ਕਿ ਇਹਦੇ 'ਚ ਕਿੰਨੀ ਪਿਓਰਿਟੀ ਹੈ, ਕਿੰਨੀ ਮਿਲਾਵਟ ਹੈ। ਸੋ ਇਹ ਜਿਹੜਾ ਪੀਰੀਅਡ ਸੀ, ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਮੈਂ ਇਸ ਸ਼ਬਦ ਦੇ ਨਾਲ ਨਾਲ ਮੈਂ ਤੁਹਾਡੇ ਕੋਲ, ਕਿਉਂਕਿ ਮੇਰੇ ਕੋਲ ਕੁਝ ਇਤਿਹਾਸ ਦੀ ਕੁਝ ਸੋਰਸ ਸੀ ਉਹਦੇ 'ਚ, ਜਿਹਦੇ 'ਚ ਉਹ ਡੇਟਸ ਹੈਗੀਆਂ, ਜਿਨ੍ਹਾਂ ਡੇਟਾਂ ਦੇ ਵਿੱਚ ਗੁਰੂ ਸਾਹਿਬ ਕਿੱਥੇ ਕਿੱਥੇ ਰਹੇ, ਕਿਤੇ ਕਿਤੇ ਵਿਚਰੇ, ਉਹ ਸਾਡੇ ਕੋਲ ਐਕਚੁਅਲ ਮੌਜੂਦ ਹੈਗੀਆਂ ਕਿ 23 ਸਾਲ ਕਿਸ ਤਰ੍ਹਾਂ ਬੀਤੇ ਉਹਨਾਂ ਦੇ। ਸੋ ਸ਼ਬਦ ਦੇ ਨਾਲ ਨਾਲ ਅਸੀਂ ਉਹ ਵੀ ਗੱਲ ਕਰਾਂਗੇ। ਸਿੰਪਲ ਭਾਸ਼ਾ ਨਾ, ਜਿਹੜਾ ਉਹਦੇ 'ਚ ਵਿਲੀਨ ਹੋਣਾ, ਜਿਹੜਾ ਉਹਦੇ 'ਚ ਵਿਲੀਨ ਹੋਣ ਦੀ ਗੱਲ ਹੈ ਨਾ, ਜਿਹੜੀ ਸਿੰਪਲ ਭਾਸ਼ਾ ਅਸੀਂ ਕਹਿੰਦੇ ਆ, ਉਹਦੇ ਵਰਗਾ ਹੋਣਾ, ਸਹਿਜੇ 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 ਨਾ, ਮੈਨੂੰ ਮਹਿੰਦਰ ਸਿੰਘ ਜੀ ਵਰਗਾ ਹੋਣਾ ਹੈ, ਤੇ ਵਰਗਾ ਹੋਣਾ ਤੇ ਉਹਨਾਂ ਦੇ ਜਿਹੜਾ ਨਾ ਸਾਰੇ ਗੁਣ ਅਪਣਾਉਣੇ ਪੈਣੇ। ਦੇਖੋ ਜਿਹੜੀ ਭੋਰੇ ਦੀ ਗੱਲ ਕੀਤੀ ਹੈ ਜਾਂ ਉਹਦੇ ਗੱਲ ਕੀਤੀ ਹੈ ਨਾ, ਉਹ ਇੱਕ ਹੱਦ ਤੱਕ ਇੰਨਾ ਦੇ ਹੋ ਸਕਦਾ ਕਿ ਜਿੱਥੇ ਉਹ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸੀ ਹੈਗੇ, ਤੇ ਜਿਹੜੇ ਅੱਛੇ ਮਕਾਨ ਜਾਂ ਚੰਗੇ ਜਿਹੜੇ ਬਣਾਏ ਜਾਂਦੇ ਸੀ, ਉਹਨਾਂ ਦੇ ਵਿੱਚ ਅੱਜ ਦੀ ਜ਼ਮਾਨੇ 'ਚ ਬੇਸਮੈਂਟ ਕਹਿ ਲਓ, ਤੇ ਬੇਸਮੈਂਟ ਦੇ ਵਿੱਚ ਕਮਰੇ ਬਣਾਏ ਜਾਂਦੇ ਸੀ ਜਿਹੜੇ ਕਿ ਠੰਡੇ ਰਹਿੰਦੇ ਸੀ ਗਰਮੀਆਂ ਦੇ ਦਿਨਾਂ 'ਚ। ਉਸ ਤਰ੍ਹਾਂ ਦੇ ਚਲੋ ਕਿਹਾ ਜਾ ਸਕਦਾ ਕਿ ਵੀ ਚਲੋ ਉੱਥੇ ਜਾ ਕੇ ਉਹਨਾਂ ਦੇ ਇੱਕ ਟਿਕਾਣਾ ਸੀ ਰਹਿਣ ਦਾ, ਕਿ ਮਹੀਨਾ 2 ਮਹੀਨੇ ਉੱਥੇ ਰਹਿੰਦੇ ਸੀ ਗਰਮੀਆਂ ਦੇ ਦਿਨਾਂ ਦੇ ਵਿੱਚ। ਉਹ ਅੱਜ ਕੱਲ੍ਹ ਵੀ ਲੋਕੀ ਬੜੇ ਸਾਧਨ ਬਣਾਉਂਦੇ ਨੇ, ਅੱਜ ਵੀ ਦੇਖੋ ਕਿ ਬੇਸਮੈਂਟ ਠੰਡੀ ਹੁੰਦੀ ਹੈ। ਜਿਹੜਾ ਬੰਦਾ ਬਾਅਦ ਨਜ਼ਰ ਆਉਂਦਾ ਉਹਨੂੰ ਫਿਰ ਕੀ ਕਹਿੰਦਾ, ਕੀ ਗੱਲ ਭੋਲੇ 'ਚ ਪੈ ਗਿਆ ਸੀ। ਜਿਹੜਾ ਬੰਦਾ ਇਤਨੇ ਸਾਲ ਤੱਕ ਇਸ ਭੋਲੇ 'ਚ ਰਿਹਾ, ਇੱਕ ਹੈ ਦੂਸਰੀ ਗੱਲ ਹੈ, ਉਹ ਬੰਦਾ ਖਾਣ ਪੀਣ ਕੋਈ ਨਾ ਉਹਦੇ ਪਾਸ ਜੀ। ਅੱਛਾ, ਕਿ ਆगे आदमी एज भी कम जाता है, बाद भी जाता है, ਤੇ ਉਹ ਕਿੱਥੇ ਗਿਆ ਕਰਦਾ ਹੈ, ਉੱਥੇ ਕਦੇ ਰਹੇ ਨੇ। ਇਹ ਸੋਚੇ ਗੱਲ ਬੜੀ ਉਸ ਤਰ੍ਹਾਂ ਦੀ ਆਉਂਦੀ ਹੈ ਕਿ ਗਲਤ ਹੈ ਗੱਲ ਹੈ, ਲੇਕਿਨ ਇਹਦੇ ਕੀਤਾ ਕੀ ਜਾਏ, ਹੈ ਕੋਈ ਨਹੀਂ, ਉਹ ਹੈ ਨਾ, ਮੈਂ ਇਸ ਕਰਕੇ ਤੁਹਾਨੂੰ ਗੱਲ ਕਰ ਰਿਹਾ ਮੈਂ ਅੱਜ, ਕਿਉਂਕਿ ਸਾਡੇ ਕੋਲ ਗਿਣਤੀ ਘੱਟ ਹੈ, ਲੇਕਿਨ ਫਿਰ ਵੀ ਚਲੋ ਜਿਤਨੇ ਵੀ ਤਿਆਗੀ ਹੋਏ ਨੇ ਨਾ, ਤਿਆਗ ਦਾ ਮਤਲਬ ਜਿਹਨੇ, ਜਦੋਂ ਇਹ ਪ੍ਰੋਬਲਮ ਆਈ ਸੀ, ਜਦੋਂ ਕਸ਼ਮੀਰ ਦੇ ਉੱਤੇ ਜਾਂ ਹਿੰਦੂ ਸਮਾਜ ਦੇ ਉੱਤੇ ਪ੍ਰੋਬਲਮ ਆਈ, ਜਿਤਨੇ ਵੀ ਹਿੰਦੁਸਤਾਨ ਦੇ ਵੱਡੇ ਵੱਡੇ ਤਿਆਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਪਹਾੜਾਂ ਦੇ ਵਿੱਚ ਜਾਣ ਵਾਲੇ, ਜੰਗਲਾਂ ਦੇ ਜਾਣ, ਸਿੱਧ ਪੁੱਧ, ਇੱਕ ਵੀ ਨਹੀਂ ਉੱਠਿਆ ਇਹਨਾਂ ਦੇ ਮਜਲੂਮਾਂ ਦੀ ਰੱਖਿਆ ਕਰਨ ਵਾਲਾ, ਜਿਨ੍ਹਾਂ ਨੂੰ ਵੱਡਾ ਬੜਾ ਮਹਾਪੁਰਖ ਕਿਹਾ ਜਾਂਦਾ ਸੀ। ਇੱਕ ਮਹਾਪੁਰਖ ਜਿਹੜਾ ਨਾ ਇਹਨਾਂ ਦੀ ਰੱਖਿਆ ਵਾਸਤੇ ਨਹੀਂ ਉੱਠਿਆ ਕਿ ਹਾਂ ਵੀ ਸਾਡੇ ਉਹਨਾਂ ਦੇ ਮਜ਼ਹਬ ਦੇ ਸੀ ਨਾ, ਹਿੰਦੂ ਧਰਮ ਦੇ ਵੱਡੇ ਵੱਡੇ ਸੰਤ, ਵੱਡੇ ਵੱਡੇ ਮਹਾਤਮਾ, ਵੱਡੇ ਵੱਡੇ ਯੋਗੀ ਬੈਠੇ ਹੋਏ ਸੀ, ਇੱਕ ਵੀ ਨਹੀਂ ਉੱਠਿਆ ਕਿ ਹਾਂ ਵੀ ਇਹਨਾਂ ਦੀ ਮੈਂ ਰੱਖਿਆ ਕਰਾਂ। ਸੋ ਗ੍ਰਸਤੀ ਨੂੰ ਇੰਨਾ ਭੰਡਣ ਵਾਲੇ, ਇੰਨਾ ਖਰਾਬ ਕਰਨ ਵਾਲੇ ਲੋਕ ਜਿਹੜੇ ਨੇ, ਉਹ ਵੀ ਇਹਨਾਂ ਗ੍ਰਸਤੀਆਂ ਦੇ ਵਾਸਤੇ ਉੱਠੇ ਨਹੀਂ। ਜਿਤਨੇ ਵੀ
ਹਿੰਦੁਸਤਾਨ ਦੇ ਵਿੱਚ ਕਾਮ ਦੇ ਸੈਕਸ ਦੇ ਗ੍ਰੰਥ ਲਿਖੇ ਹੋਏ ਨੇ, ਇੱਕ ਵੀ ਗ੍ਰੰਥ ਗ੍ਰਸਤੀ ਨੇ ਨਹੀਂ ਲਿਖਿਆ। ਸਾਰੇ ਰਿਸ਼ੀ ਮੁਨੀ ਹੋਈ ਹੈਗੇ ਨੇ ਜਿਹੜੇ ਜੰਗਲਾਂ 'ਚ ਬੈਠੇ ਸੀ, ਘਰ-ਬਾਰ ਤਿਆਗ ਕੇ। ਬੜੀ ਵੱਡੀ ਸਾਨੂੰ ਭੁਲੇਖਾ ਪਾਇਆ ਗਿਆ ਕਿਸ ਨਾਲ। ਔਰ ਜਦੋਂ ਇਹ ਪ੍ਰੋਬਲਮ ਆਈ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਗ੍ਰਸਤੀ ਸੀ, ਮਾਤਾ ਵੀ ਸੀ, ਪਤਨੀ ਵੀ ਸੀ, ਬੱਚਾ ਵੀ ਸੀ। ਆਪਣਾ ਪਰਿਵਾਰ ਹੁੰਦੇ ਹੋਏ, ਗੁਰੂ ਸਾਹਿਬ ਗ੍ਰਸਤੀ ਹੁੰਦੇ ਹੋਏ ਉਹਨਾਂ ਵਾਸਤੇ ਉੱਠ ਗਏ। ਬੜੀ ਵੱਡੀ ਇੱਕ ਤਿਆਗ ਹੈਗਾ, ਬੜਾ ਵੱਡੀ ਗੱਲ ਹੈਗੀ ਹੈ। ਸਾਨੂੰ ਅਸੀਂ ਪਰਚਾਸੀ ਤੇ ਛੋਟੀ ਜਿਹਾ ਲੱਗ ਜਾ ਹਿੰਦ ਦੀ ਚਾਦਰ ਕਹਿ ਦਿੱਤੀ, ਅਤੇ ਪੂਰੀ ਦੁਨੀਆ ਦੀ ਚਾਦਰ ਦਾ ਖਿਤਾਬ ਮਿਲਣਾ ਚਾਹੀਦਾ ਸੀ। ਇਹੋ ਜਿਹਾ ਐਗਜ਼ਾਮਪਲ ਹੀ ਨਹੀਂ ਮਿਲਦਾ ਪੂਰੀ ਦੁਨੀਆ ਦੇ ਵਿੱਚ। ਸਿਰਫ ਤਿਆਗੀ ਜਾਂ ਜੋਗੀਆਂ ਦੀ ਗੱਲ ਨਹੀਂ ਹੈਗੀ। ਜੇ ਯੋਧਿਆਂ ਦੇ ਵਿੱਚ ਦੇਖੋ ਤੇ ਪੂਰੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਅਗਰ ਕੋਈ ਸ਼ੂਰਵੀਰਤਾ ਦੀ ਕੋਈ ਥੋੜੀ ਬਹੁਤੀ ਕੋਈ ਗਾਥਾ ਜਾਂ ਗੱਲਬਾਤ ਜਾਂ ਸਾਨੂੰ ਐਗਜ਼ਾਮਪਲ ਮਿਲਦੇ ਨੇ ਤੇ ਉਹ ਦੋ ਕੌਮਾਂ ਦੇ ਵਿੱਚ ਮਿਲਦੇ ਨੇ, ਇੱਕ ਰਾਜਪੂਤਾਂ ਦੇ ਵਿੱਚ ਔਰ ਇੱਕ ਮਰਾਠਿਆਂ ਦੇ ਵਿੱਚ, ਜਿਹੜੇ ਕਿ ਯੁੱਧਾਂ ਦੇ ਵਿੱਚ ਥੋੜਾ ਜਿਹਾ ਐਗਜ਼ਾਮਪਲ ਮਿਲਦੇ ਨੇ ਰਾਜਿਆਂ ਦੇ ਵਿੱਚ। ਤੇ ਉਹਨਾਂ ਦੇ ਹੀ ਮਜ਼ਹਬ ਦੇ, ਉਹਨਾਂ ਦੀ ਕੌਮ ਦੇ, ਉਹਨਾਂ ਦੇ ਧਰਮ ਦੇ ਬੰਦੇ ਹੀ ਆ ਸਾਰੇ ਮੁਸੀਬਤ ਦੇ ਵਿੱਚ ਸੀ, ਹਿੰਦੂ ਧਰਮ ਦੇ। ਔਰ ਆਪ ਹਿੰਦੂ ਸੀ ਉਹ, ਰਾਜਪੂਤ ਔਰ ਮਰਾਠੇ। ਉਹ ਰਾਜਪੂਤ ਔਰ ਮਰਾਠੇ ਦੇ ਇੰਨੇ ਯੋਧੇ, ਇਤਨੇ ਤਲਵਾਰ ਦੇ ਆਪਣੇ ਆਪ ਨੂੰ ਸ਼ੂਰਵੀਰ ਕਹਾਉਣ ਵਾਲੇ, ਉਹਨਾਂ ਚੋਂ ਵੀ ਇੱਕ ਨਹੀਂ ਉੱਠਿਆ ਕਿ ਇਹਨਾਂ ਦੇ ਨਾਲ ਕੋਈ ਮੁਕਾਬਲਾ ਕਰਾਂ ਜਾਂ ਇਹਨਾਂ ਦੇ ਵਾਸਤੇ ਮੈਂ ਮਜ਼ਲੂਮਾਂ ਦੇ ਵਾਸਤੇ ਉੱਠਾਂ। ਫਿਰ ਉਹ ਤੇਗ ਬਹਾਦਰ ਸਾਹਿਬ ਤੇ ਆਈ ਗੱਲ। ਸੋ ਇਹ ਬੜੀਆਂ ਵੱਡੀਆਂ ਘਟਨਾਵਾਂ ਨੇ, ਲੇਕਿਨ ਅਸੀਂ ਉਸ ਨੂੰ ਬੜਾ ਛੋਟਾ ਕਰਕੇ ਜਾਣਿਆ। ਇਹ ਬੜੀ ਵੱਡੀ ਘਟਨਾ ਸੀ ਇੱਕ ਜਿਹੜੀ ਕਸ਼ਮੀਰੀ ਪੰਡਤ ਉੱਤੇ ਆਏ। ਔਰ ਔਰੰਗਜ਼ੇਬ ਨੇ, ਬੜੀ ਹੈਰਾਨਗੀ ਦੀ ਗੱਲ ਹੈ ਕਿ ਔਰੰਗਜ਼ੇਬ ਨੇ ਜਦੋਂ ਬਿਠਾਇਆ ਗਿਆ ਗੱਦੀ ਤੇ, ਜਿਹੜੇ ਉਹਨਾਂ ਦੇ ਧਰਮ ਦੇ, ਜਿਹੜੇ ਇਸਲਾਮ ਦੇ ਵੱਡੇ ਵੱਡੇ ਠੇਕੇਦਾਰ ਸੀ, ਉਹਨਾਂ ਨੇ ਸਪੈਸ਼ਲੀ ਔਰੰਗਜ਼ੇਬ ਨੂੰ ਇਹ ਕਿਹਾ ਕਿ ਵੀ ਜਿਹੜਾ ਇਸਲਾਮ ਪੂਰੇ ਹਿੰਦੁਸਤਾਨ 'ਚ ਫੈਲਾਉਣ ਦੀ ਗੱਲ ਹੈਗੀ ਹੈ, ਉਹ ਸ਼ੁਰੂਆਤ ਕਸ਼ਮੀਰ ਤੋਂ ਕੀਤੀ। ਉਹਦਾ ਬੜਾ ਵੱਡਾ ਕਾਰਨ ਸੀ, ਕਿਉਂਕਿ ਪੂਰਾ ਹਿੰਦੂਇਜ਼ਮ ਜਿਹੜਾ ਹੈ, ਹਿੰਦੂਇਜ਼ਮ ਰਹਿੰਦਾ ਬ੍ਰਾਹਮਣ ਦੇ ਕਹੇ ਤੇ ਆਖੇ। ਜੋ ਬ੍ਰਾਹਮਣ ਕਰੇਗਾ ਉਹ ਸਾਰਾ ਹਿੰਦੂ ਸਮਾਜ ਕਰਦਾ, ਜੋ ਬ੍ਰਾਹਮਣ ਕਹੇਗਾ ਉਹ ਕਰਦਾ। ਔਰ ਕਸ਼ਮੀਰ ਦੇ ਵਿੱਚ ਸਾਰੇ ਪੰਡਤ ਬ੍ਰਾਹਮਣ ਕਸ਼ਮੀਰ ਦੇ ਵਿੱਚ ਰਹਿੰਦੇ ਸੀ, ਬੜੇ ਸਕਾਲਰ, ਪੜ੍ਹੇ ਲਿਖੇ ਲੋਕ। ਤੇ ਔਰੰਗਜ਼ੇਬ ਔਰ ਉਹਨਾਂ ਦੇ ਜਿਹੜੇ ਸਾਥੀ ਕਾਜ਼ੀ ਜਾਂ ਜਿਹੜੇ ਸਰਕਾਰ ਦੇ ਬੰਦੇ ਸੀ, ਬੜੇ ਪਲਾਨ ਤਰੀਕੇ ਨਾਲ ਕੰਮ ਕਰਦੇ ਨੇ ਬੈਠ ਕੇ। ਤੇ ਇਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਸੀ ਕਿ ਇੱਕ ਵਾਰੀ ਅਸੀਂ ਬ੍ਰਾਹਮਣਾਂ ਨੂੰ ਹਿੰਦੂਆਂ ਨੂੰ ਇਹਨਾਂ ਨੂੰ ਮੁਸਲਮਾਨ ਬਣਾਤਾ ਨਾ, ਫਿਰ ਸਾਰੇ ਪਿੱਛੇ ਲੱਗ ਜਾਣਗੇ ਆਪੇ। ਫਿਰ ਇਹਨਾਂ ਦਾ ਕੀ ਵਕਤ ਹੈਗੀ ਸ਼ੂਦਰਾਂ ਦੀ ਜਾਂ ਬਾਕੀਆਂ ਦੀ, ਇਹ ਤੇ ਆਪੇ ਬਣ ਜਾਣਗੇ। ਇਸ ਕਰਕੇ ਮੈਕਸੀਮਮ ਜ਼ੁਲਮ ਜਿਹੜੇ ਸੀ ਉਹਨਾਂ ਨੇ ਕਸ਼ਮੀਰ ਤੇ ਢਾਏ। ਔਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਣ ਦੀ ਜਿਹੜੀ ਗੱਲ ਹੈ, ਅਗਰ ਇਤਿਹਾਸ ਅਸੀਂ ਖੋਜੇ ਤੇ ਇਹ ਸਿਰਫ ਕਸ਼ਮੀਰ ਦੇ ਬੰਦੇ ਨਹੀਂ ਸੀ ਹੈਗੇ, ਪੂਰੇ ਭਾਰਤ ਦੇ ਵਿੱਚ ਇਹਨਾਂ ਦੀ ਹਿੰਦੂ, ਕਿਉਂਕਿ ਜ਼ੁਲਮ ਤੇ ਪੂਰੇ ਹਿੰਦੁਸਤਾਨ 'ਚ ਹੋਇਆ, ਤੇ ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਦੀ ਮੀਟਿੰਗ ਹੋਈ ਹਿੰਦੂ ਸਮਾਜ ਦੀ ਕਿ ਸਾਡੇ ਹਿੰਦੂ ਸਮਾਜ ਨੂੰ ਇਸਲਾਮ ਤੋਂ ਬੜਾ ਵੱਡਾ ਖਤਰਾ ਹੈ। ਔਰ ਪੂਰੇ ਹਿੰਦੁਸਤਾਨ ਦੇ 16 ਮੁਖੀ, ਇਹ ਉੱਥੇ ਜਿਹੜੀ ਅਗਰ ਤੁਸੀਂ ਇਤਿਹਾਸ ਦੀ ਜਿਹੜੀ ਖੋਜਾਂ ਜਿਨ੍ਹਾਂ ਨੇ ਕੀਤੀਆਂ ਨਾ, ਉਹਨਾਂ ਨੂੰ ਅਸੀਂ ਪੜ੍ਹੋ ਕਿ 16 ਪੂਰੇ ਹਿੰਦੁਸਤਾਨ ਦੇ ਮੁਖੀ ਪੰਡਤ, ਮੁਖੀ ਬ੍ਰਾਹਮਣ, ਜਿਹੜੇ ਟੌਪ ਦੇ ਜਿਹੜੇ ਉਸ ਟਾਈਮ ਦੇ ਸੀ, ਉਹ ਮਿਲ ਕੇ ਉਹਨਾਂ ਨੇ ਕਿਰਪਾ ਰਾਮ ਜੀ ਨੂੰ ਆਪਣਾ ਹੈੱਡ ਬਣਾਇਆ, ਕਿਉਂਕਿ ਉਹ ਕਸ਼ਮੀਰ ਦੇ ਸੀ। ਤੇ ਕਿਰਪਾ ਰਾਮ ਉਹ ਖਾਨਦਾਨ ਦੇ ਸੀ ਜਿਨ੍ਹਾਂ ਦੇ ਪਰਦਾਦਾ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਵੀ ਮਿਲੇ, ਜਾਂ ਉਹਨਾਂ ਦੀ ਜਿਹੜੀ ਇੱਕ ਅੱਧੀ ਪੁਸ਼ਤ ਹੋਰ ਪਿੱਛੇ ਲਾ ਲਓ, ਇਹ ਉਸੇ ਖਾਨਦਾਨ ਦੇ ਵਿੱਚੋਂ ਸੀ, ਪੰਡਤ ਖਾਨਦਾਨ ਦੇ ਵਿੱਚੋਂ। ਤੇ ਕਿਰਪਾ ਰਾਮ ਜੀ ਨੂੰ ਜਿਹੜਾ ਇਹਨਾਂ ਨੇ ਹੈੱਡ ਬਣਾਇਆ ਆਪਣਾ, ਕਿਉਂਕਿ ਇਹਨਾਂ ਦਾ ਗੁਰੂ ਘਰ ਦੇ ਨਾਲ ਇੱਕ ਲਿੰਕ ਸੀ, ਕਿਉਂਕਿ ਪਿਛਲੇ ਗੁਰੂ ਸਾਹਿਬ ਦੇ ਨਾਲ ਇਹਨਾਂ ਦੀ ਮੇਲਜੋਲ ਹੁੰਦਾ ਰਿਹਾ, ਤੇ ਇਹਨਾਂ ਦਾ ਗੁਰੂ ਘਰ ਦੇ ਨਾਲ ਥੋੜਾ ਗੱਲਬਾਤ ਸੀ। ਤੇ ਇਹਨਾਂ ਨੂੰ ਸੀ ਕਿ ਇਹ ਤੁਸੀਂ, ਤੁਹਾਡੀ ਗੱਲਬਾਤ ਹੈਗੀ ਕਿ ਤੁਸੀਂ ਇਹਨਾਂ ਨੂੰ ਜਾ ਕੇ ਗੱਲ ਕਰੋ, ਉਹਨਾਂ ਨੂੰ ਆਪਣਾ ਹੈੱਡ ਕਹਿ ਲਓ ਜਾਂ ਜਥੇਦਾਰ ਕਹਿ ਲਓ ਜਾਂ ਮੋਢੀ ਬਣਾਇਆ ਇਹਨਾਂ ਨੂੰ ਕਿ ਤੁਸੀਂ ਜਾ ਕੇ ਗੱਲ ਕਰੋ। ਤੇ ਕਸ਼ਮੀਰ ਤੋਂ ਫਿਰ ਸਭ ਤੋਂ ਜ਼ਿਆਦਾ ਬੰਦੇ ਆਏ ਸੀ, ਕਿਉਂਕਿ ਉਹ ਉੱਥੋਂ ਦੇ ਆਏ। ਬਾਕੀ ਇੱਕ ਬੰਦੇ 16 ਬੰਦੇ ਆਓ, ਤਾਂ ਕਸ਼ਮੀਰ ਤੋਂ ਉਹਨਾਂ ਦਾ ਜਿਹੜਾ ਜਥਾ, ਇਸ ਕਰਕੇ ਸਾਰਿਆਂ ਨੂੰ ਕਸ਼ਮੀਰੀ ਪੰਡਤ ਕਹਿ ਦਿੱਤਾ ਗਿਆ, ਲੇਕਿਨ ਹੈ ਪੂਰੇ ਹਿੰਦੁਸਤਾਨ ਦੇ ਸੀ। ਇਹ ਲੋਕ ਜਦੋਂ ਆਏ ਨੇ ਤੇ ਇੱਥੇ ਗੁਰੂ ਸਾਹਿਬ ਨਾਲ ਗੱਲਬਾਤ ਕੀਤੀ ਇਸ ਬਾਰੇ, ਉਹ ਸਾਰਾ ਇਤਿਹਾਸ ਅਸੀਂ ਜਾਣਦੇ, ਮੈਂ ਉਹਦੇ ਬਾਅਦ ਡਿਟੇਲ 'ਚ ਨਹੀਂ ਜਾ ਰਿਹਾ। ਦੂਸਰਾ, ਜਦੋਂ ਇਹ ਸ਼ਹੀਦੀ ਹੋਈ ਹੈ, 3 ਸਿੱਖ ਜਿਹੜੇ ਅਸੀਂ ਜਾਣਦੇ ਹਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ,
ਅਗਰ ਇਤਿਹਾਸ ਦੇ ਵਿੱਚੋਂ ਅਸੀਂ ਦੇਖੀਏ, ਬੜੇ ਜਿਨ੍ਹਾਂ ਨੇ ਖੋਜ ਕੀਤੀ ਹੈ ਨਾ ਭੱਟ ਵਈਏ ਦੇ ਵਿੱਚੋਂ, ਪੂਰੇ ਉਹਨਾਂ ਦੀ ਗਿਣਤੀ ਹੈਗੀ ਜੇ ਅਗਰ ਪੂਰੇ ਪਿਛਲੀ ਵਈਆਂ ਦੇ ਵਿੱਚ ਉਹਨਾਂ ਦੇ ਪੁਸ਼ਤਾਂ ਦਾ ਦਰ ਪੁਸ਼ਤ ਲਿਖੀ ਹੋਈ ਇਹਦੇ ਵਿੱਚ, ਤੇ ਜਿਹੜੇ 3 ਸਿੱਖ ਸੀ ਉਹਦੇ ਵਿੱਚੋਂ ਭਾਈ ਮਤੀ ਦਾਸ, ਭਾਈ ਸਤੀ ਦਾਸ ਦੇ ਭਰਾ ਸੀ। ਤੇ ਭਾਈ ਮਤੀ ਦਾਸ ਜੀ ਫਾਰਸੀ ਦੇ ਬੜੇ ਵੱਡੇ ਸਕਾਲਰ ਸੀ। ਯਾਨੀ ਕਿ ਅਗਰ ਗੁਰੂ ਘਰ ਦਾ ਤੁਸੀਂ ਇਹ ਦੇਖੋ ਕਿ ਗੁਰੂ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਉਸ ਟਾਈਮ ਟੌਪ ਤੇ ਸੀ, ਤੇ ਅਗਰ ਦੂਸਰੇ ਨੰਬਰ ਤੇ ਕੋਈ ਜਿਨ੍ਹਾਂ ਦੇ ਨਾਮ ਆਉਂਦੇ ਸੀ ਉਹ 3-4 ਸਿੱਖ ਹੈਗੇ ਸੀ। ਇਹ ਟੌਪ ਦੇ ਜਿਹੜੇ ਮਤਲਬ ਸਮਝੋ ਕਿ ਮੋਢੀ ਕਹਿ ਲਓ ਸਿੱਖ ਧਰਮ ਦੇ, ਜਾਂ ਉਸ ਟਾਈਮ ਖਾਸ ਨਾਮ ਸੀ ਇਹਨਾਂ ਦੇ। ਤੇ ਭਾਈ ਦਿਆਲਾ ਜੀ ਜਿਹੜੇ ਸੀ ਨੇ ਉਹ ਭਾਈ ਮਨੀ ਸਿੰਘ ਜੀ ਦੇ ਭਰਾ ਸੀ, ਜਿਨ੍ਹਾਂ ਦੇ ਬੰਦ ਕੱਟੇ ਗਏ। ਸੋ ਇਹ ਹਸਤੀਆਂ ਉਸ ਟਾਈਮ ਇਹਨਾਂ ਦੇ ਨਾਲ ਆਈਆਂ, ਤਾਈਆਂ ਡੋਲੇ ਨਹੀਂ ਕਿਸ ਮਤਲਬ ਸ਼ਖਸੀਅਤ ਦੇ ਉਹ ਮਾਲਕ ਸੀ, ਅਸੀਂ ਸੋਚ ਸਕਦੇ ਹਾਂ। ਹੁਣ ਜਿਹੜੀ ਥੋੜੀ ਜਿਹੀ ਇਤਿਹਾਸ ਸੀ ਉਹਦੀ ਮੈਂ ਗੱਲ ਕਰਕੇ, 1 ਅਪ੍ਰੈਲ 1621 ਇਹੜਾ ਹੈਗਾ ਟਾਈਮ, ਔਰ 1634 1621 ਦੇ ਵਿੱਚ ਗੁਰੂ ਸਾਹਿਬ ਦਾ ਜਨਮ ਹੋਇਆ, ਔਰ 1634 13 ਸਾਲ ਦੀ ਉਮਰ ਤੇ ਜਦੋਂ ਉਹਨਾਂ ਨੂੰ ਗੁਰੂ ਤੇਗ ਬਹਾਦਰ ਦੀ ਜਿਹੜੀ ਉਪਾਧੀ ਗੁਰੂ ਸਾਹਿਬ ਨੇ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪਿਤਾ ਜੀ ਨੇ, ਇਹ ਯੁੱਧ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ, ਤੇ 13 ਸਾਲ ਦੀ ਉਮਰ 'ਚ ਉਹਨਾਂ ਨੂੰ ਇਹ ਉਪਾਧੀ ਤੇਗ ਬਹਾਦਰ ਦੀ ਗੁਰੂ ਸਾਹਿਬ ਨੇ ਆਪ ਦਿੱਤੀ। 13 ਸਾਲੋਂ, ਲੇਕਿਨ ਉਸ ਤੋਂ ਬਾਅਦ ਫਿਰ ਬਕਾਲੇ ਦੇ ਵਿੱਚ ਰਹੇ ਨੇ 1644 ਤੱਕ। ਉਸ ਤੋਂ ਬਾਅਦ ਫਿਰ ਜਦੋਂ ਗੁਰੂ ਹਰ ਰਾਏ ਸਾਹਿਬ ਗੁਰਤਾ ਗੱਦੀ ਸੀ, ਤੇ ਉਸ ਟਾਈਮ ਉਹਨਾਂ ਨੂੰ ਇਹ ਕਈ ਸਿੱਖਾਂ ਨੇ ਆ ਕੇ ਕਿਹਾ ਕਿ ਜਿਹੜੇ ਗੁਰੂ ਨਾਨਕ ਸਾਹਿਬ ਨੇ ਦੂਰ ਦਰਾੜੇ ਜਿਹੜੇ ਸਿੱਖ ਬਣਾਏ ਸੀ, ਉਹਨਾਂ ਸਿੱਖਾਂ ਤੇ ਤੱਕ ਗੁਰਮਤਿ ਦੀ ਗੱਲ ਹੁਣ ਪਹੁੰਚਾਉਣ ਦੀ ਲੋੜ ਹੈਗੀ ਆ। ਤੇ ਗੁਰੂ ਹਰ ਰਾਏ ਸਾਹਿਬ ਨੇ ਇਹਨਾਂ ਨੂੰ ਫਿਰ ਕਿਹਾ ਸੀ ਕਿ ਤੁਸੀਂ ਵੀ ਉੱਥੇ ਜਾ ਕੇ ਪ੍ਰਚਾਰ ਕਰੋ। ਤੇ ਫਿਰ ਇੱਥੋਂ ਦੀ ਬਕਾਲੇ ਤੋਂ ਫਿਰ ਉਹ ਅਸਾਮ ਚਲੇ ਗਏ, ਔਰ ਅਸਾਮ ਤੱਕ ਜਾਣ ਦੇ ਰਸਤੇ 'ਚ ਕਈ ਜਿੱਥੇ ਠਹਿਰਾ ਉਹਨਾਂ ਨੇ ਕੀਤਾ, ਉੱਥੇ ਦੀ ਤਰੀਕਾਂ ਹੈਗੀਆਂ ਉਹਨਾਂ ਸਾਰੀਆਂ। ਕਿਤੇ ਹਰਿਦੁਆਰ ਦੇ ਵਿੱਚ ਜਦੋਂ ਰੁਕੇ ਨੇ, ਉਸ ਤੋਂ ਬਾਅਦ ਬੰਗਾਲ ਦੇ ਵਿੱਚ ਗਏ, ਅਸਾਮ ਦੇ ਵਿੱਚ ਗਏ, ਬੜਾ ਭ੍ਰਮਣ ਕੀਤਾ ਇਹਨਾਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਅਗਰ ਤੁਸੀਂ ਇਤਿਹਾਸ ਦੇਖੋ ਨਾ, ਤੇ ਪੂਰੇ ਗੁਰੂ ਸਾਹਿਬਾਂ ਦੇ ਇਤਿਹਾਸ ਦੇ ਵਿੱਚ ਅਸੀਂ ਦੇਖੀਏ ਤੇ ਗੁਰੂ ਨਾਨਕ ਸਾਹਿਬ ਜਿਹੜੇ 18,000 ਮੀਲ ਦੀ ਅਸੀਂ ਪੈਂਡਾ ਸਫ਼ਰ ਦੇਖਦੇ ਹਾਂ ਅਸੀਂ, ਤੇ ਉਸ ਤੋਂ ਬਾਅਦ ਜੇਕਰ ਸੈਕਿੰਡ ਨੰਬਰ ਜਿਹਨਾਂ ਨੇ ਘੁੰਮ ਕੇ ਵਿਚਰ ਕੇ ਜਿਹੜਾ ਕੀਤਾ ਨਾ, ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਆਉਂਦਾ, ਜਿਹਨਾਂ ਨੇ ਸਭ ਤੋਂ ਜ਼ਿਆਦਾ ਯਾਤਰਾ ਕੀਤੀ ਹੈ। ਜਿੱਥੇ ਬਾਕੀ ਗੁਰੂ ਸਾਹਿਬ ਨੇ ਇੱਕ ਜਗ੍ਹਾ ਬੈਠ ਕੇ ਹੀ ਗੱਲ ਜ਼ਿਆਦਾ ਪ੍ਰਚਾਰ ਕੀਤਾ, ਤੇ ਜਿਹੜਾ ਘੁੰਮ ਕੇ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਕਰਨ ਦੀ ਗੱਲ ਹੈ ਨਾ, ਉਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਸੈਕਿੰਡ ਨੰਬਰ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਜਿਹਨਾਂ ਨੇ ਸਭ ਤੋਂ ਜ਼ਿਆਦਾ ਭ੍ਰਮਣ ਕੀਤਾ। ਬੰਗਾਲ ਦੇ ਵਿੱਚ, ਅਸਾਮ, ਪਟਨਾ, ਹਰਿਦੁਆਰ, ਕਾਸ਼ੀ, ਦਿੱਲੀ, ਬੜੀ ਜਗ੍ਹਾ ਉਹਨਾਂ ਦੀ ਮਤਲਬ ਸਥਾਨ ਬਣੇ ਹੋਏ। ਤੁਸੀਂ ਕਦੋਂ ਤੋਂ ਗੱਲ ਕਰ ਰਹੇ ਹੋ? ਕਦੋਂ ਕਿੰਨੀ ਉਮਰ ਤੱਕ ਦੀ ਗੱਲ ਕਰ ਰਹੇ ਹੋ? ਅਖੀਰ ਤੱਕ ਦੀ ਨਹੀਂ, ਕਦ ਤੋਂ ਸ਼ੁਰੂ? ਹਾਂ, ਮੈਂ ਤੁਹਾਨੂੰ ਦੱਸਦਾ ਹਾਂ। 1634 ਤੋਂ ਬਾਅਦ 1644 ਤੱਕ ਇਹ ਬਕਾਲੇ ਵਿੱਚ ਰਹੇ ਨੇ, 10 ਸਾਲ। ਅੱਛਾ, ਬਕਾਲੇ ਦੇ ਵਿੱਚ। ਫਿਰ 1644 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜਦ ਜੋਤੀ ਜੋਤ ਸਮਾਏ ਨੇ, ਤੇ 1644 ਤੋਂ ਲੈ ਕੇ 1656 ਤੱਕ ਫਿਰ ਬਕਾਲੇ ਆਏ ਨੇ। ਇੱਥੇ ਕੀਰਤਪੁਰ ਰਹੇ ਕੁਛ ਟਾਈਮ, ਕੀਰਤਪੁਰ ਤੋਂ ਬਾਅਦ ਫਿਰ ਬਕਾਲੇ ਚਲੇ ਗਏ। 1656 ਤੱਕ ਇਹ ਬਕਾਲੇ ਹੀ ਰਹੇ, ਯਾਨੀ ਕਿ ਸਮਝੋ ਲਗਭਗ 13 ਸਾਲ, 13-14 ਸਾਲ ਬਣਦੇ ਨੇ। ਉਸ ਤੋਂ ਬਾਅਦ ਬੰਗਾਲ ਚਲੇ ਗਏ ਨੇ। 19 ਮਾਰਚ 1656 ਦੀ ਗੱਲ, ਬਕਾਲੇ ਦੀ ਗੱਲ, 1656 ਤੋਂ ਬਕਾਲੇ ਤੋਂ ਚਲੇ। ਕਿੰਨੀ ਉਮਰ ਸੀ ਉਹਦੀ? ਉਮਰ ਤੁਸੀਂ ਲਗਾ ਲਓ 1621 ਤੋਂ ਲੈ ਕੇ 1656, ਕਿੰਨੇ ਸਾਲ ਹੋ ਗਏ ਜੀ? 32-33 ਸਾਲ। 32 ਸਾਲ। ਤੇ ਇਹਨਾਂ ਦੀ ਸ਼ਾਦੀ ਕਦੋਂ ਹੋਈ ਸੀ? ਹੁਣ ਇਹ ਨਹੀਂ ਮੈਨੂੰ ਜ਼ਿਆਦਾ ਡਿਟੇਲ ਨਹੀਂ ਮੇਰੇ ਕੋਲ ਹੈਗੀ। ਗੱਲ ਆਉਂਦੀ ਸਾਹਮਣੇ ਕਿ ਇਹ ਵੀ ਥੋੜੀ ਜਿਹੀ ਕੰਟਰੋਵਰਸੀ ਹੈਗੀ ਹੈ, ਕਿਉਂਕਿ ਜਿਸ ਦੇ ਗੁਰੂ ਸਾਹਿਬ ਗਏ ਨੇ, ਬਾਹਰ ਗਏ ਨੇ, ਤੇ ਉਸ ਦੇ ਉਹਨਾਂ ਨਾਲ ਅਸੀਂ ਮਾਤਾ ਗੁਜਰੀ ਸੀ ਨਾਲ। ਕਦੋਂ? ਹਾਂ, ਮੈਂ ਤੁਹਾਨੂੰ ਦੱਸ ਰਿਹਾ। ਉਹ ਮੈਂ ਦੇਖੋ 29 ਮਾਰਚ 1957, 29 ਮਾਰਚ 1957 ਵਿੱਚ ਦਾ ਜਿਹੜਾ ਪੀਰੀਅਡ 14-15 ਸਾਲ ਦਾ ਬਣਦਾ ਹੈ। ਇਹ 23 ਸਾਲਾਂ ਦੇ ਵਿੱਚ ਦਾ ਪੀਰੀਅਡ ਦੱਸ ਰਿਹਾ ਮੈਂ, ਜਿਹੜਾ 23 ਸਾਲ ਦਾ ਦੱਸਿਆ ਜਾਂਦਾ ਨਾ, ਉਹਦੇ ਵਿੱਚ ਦਾ ਪੀਰੀਅਡ ਦੀ ਗੱਲ ਕਰ ਰਿਹਾ। 1957 ਦੇ ਵਿੱਚ ਹਰਿਦੁਆਰ ਦੇ ਵਿੱਚ ਮੌਜੂਦ ਸੀ, ਉਹ ਵਿਦ ਫੈਮਿਲੀ ਮੌਜੂਦ ਸੀ। ਉੱਥੇ ਜਿਹੜੇ ਵਹੀਆਂ ਲਿਖੀਆਂ ਹੋਈਆਂ ਨਾ, ਉਹ ਵਹੀਆਂ ਦੇ ਵਿੱਚ ਇਹਨਾਂ ਦੇ ਮਾਤਾ ਗੁਜਰੀ ਦਾ ਨਾਮ ਹੈ, ਇਹਨਾਂ ਦੇ ਪੜਵਈਏ ਦਾ, ਇਹਨਾਂ ਦੇ ਭਾਂਜੇ ਦਾ,
8-10 ਸਿੱਖਾਂ ਦਾ ਨਾਮ ਵੀ ਹੈਗਾ ਜਿਨ੍ਹਾਂ ਚੋਂ ਚੋਪਾ ਦਾਸ ਜਿਹਨੂੰ ਬਾਬਾ ਚੋਪਾ ਕਰਕੇ ਬਾਅਦ ਚ ਸਵਈਏ ਉਹਨਾਂ ਦੇ ਕੀ ਕਹਿੰਦੇ ਨੇ ਰਹਿਤਨਾਮੇ ਵੀ ਹੈਗੇ ਨੇ, ਚੋਪਾ ਸਿੰਘ ਦੇ, ਇਹ ਵੀ ਉਹਨਾਂ ਦੇ ਨਾਲ ਸੀ। ਸੋ ਇਹ 8-10 ਬੰਦਿਆਂ ਦੇ ਨਾਮ ਉੱਥੇ ਲਿਖੇ ਹੋਏ ਨੇ ਵਹੀਆਂ ਦੇ ਵਿੱਚ ਕਿ ਇਹ ਇੱਥੇ ਮੌਜੂਦ ਸੀ ਹਰਿਦੁਆਰ ਦੇ ਵਿੱਚ। ਸੋ ਇਹ ਸਾਰੀਆਂ ਗੱਲਾਂ ਆ ਜਿਹੜੀਆਂ ਹੈਗੀਆਂ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ, 26 ਮਾਰਚ 1964 ਗੁਰੂ ਹਰਕ੍ਰਿਸ਼ਨ ਸਾਹਿਬ ਇੱਥੇ ਦਿੱਲੀ ਆਉਂਦੇ ਨੇ, ਠੀਕ ਹੈ। 26 ਮਾਰਚ 1964 ਦੇ ਵਿੱਚ ਜਦੋਂ 1664 ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਦੇ ਵਿੱਚ ਨੇ, ਔਰ ਉਹਨਾਂ ਨੂੰ ਚੇਚਕ ਦਾ ਜਿਹੜਾ ਪ੍ਰੋਬਲਮ ਹੋਈ ਹੈ। 30 ਮਾਰਚ ਨੂੰ ਇੱਥੇ ਉਹਨਾਂ ਦੀ ਚੇਚਕ ਜਿਹੜਾ ਰੋਗ ਜਿਹੜਾ ਕਾਫੀ ਵੱਧ ਗਿਆ। ਦੇਖੋ ਗੁਰੂ ਸਾਹਿਬ ਦੀ ਜਿਹੜੀ ਇਤਿਹਾਸ ਅਸੀਂ ਰਿਹਾ ਸਾਡਾ, ਬੜੀ ਇੰਪੋਰਟੈਂਟ ਗੱਲ ਹੈ, ਸਟੇਜਾਂ ਤੇ ਕੀਤੀ ਨਹੀਂ ਜਾਂਦੀ, ਜਿਹੜੀ ਮੈਂ ਤੁਹਾਡੇ ਨਾਲ ਕਰਨ ਲੱਗਾ। ਜਿਤਨਾ ਵੀ ਪਿਛਲਾ ਗੁਰੂ ਸਾਹਿਬ ਦਾ ਇਤਿਹਾਸ ਲੈ ਲਓ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਖੀਰ ਤੱਕ, ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਆਪਣੇ ਹੁੰਦਿਆਂ ਹੋਇਆਂ ਨੈਕਸਟ ਜਿਹੜੀ ਜ਼ਿੰਮੇਵਾਰੀ ਹੈ ਉਹ ਸੌਂਪ ਦਿੱਤੀ। ਅਸੀਂ ਜਾਣਦੇ ਹਾਂ ਆਪਣੇ ਜੀਵਨ ਕਾਲ ਦੇ ਵਿੱਚ, ਬੜੀ ਵੱਡੀ ਗੱਲ ਹੈ ਨਾ, ਕੋਈ ਵੀ ਛੋਟਾ ਮੋਟਾ ਡੇਰੇਦਾਰ ਵੀ ਨਹੀਂ ਦਿੰਦਾ। ਔਰ ਇਹ ਗੁਰੂ ਸਾਹਿਬ ਦੀ ਆਪਣੀ ਚੁਆਇਸ ਹੈਗੀ ਸੀ, ਕੋਈ ਉੱਥੇ ਇਲੈਕਸ਼ਨ ਸਿਸਟਮ ਨਹੀਂ ਸੀ, ਕੋਈ ਹੋਰ ਕਹਾਣੀ ਨਹੀਂ ਸੀ ਹੈਗੀ। ਉਹਨਾਂ ਦੀ ਆਪਣੀ ਚੁਆਇਸ, ਉਹਨਾਂ ਦੇ ਆਪਣਾ ਸੋਚ, ਆਪਣਾ ਨਜ਼ਰੀਆ ਸੀ ਕਿ ਕਿਹਨੂੰ ਇਹ ਜ਼ਿੰਮੇਵਾਰੀ, ਕਿਹਨੂੰ ਇਹ ਗੁਰਤਾ ਗੱਦੀ ਦਿੱਤੀ ਜਾਏ, ਔਰ ਸਾਰੇ ਗੁਰੂ ਸਾਹਿਬ ਨੇ ਉਸ ਰਸਮ ਨੂੰ ਨਿਭਾਇਆ। ਜਿਸ ਵਿਸ਼ਵਾਸ ਹੈ ਕਿ ਹਾਂ ਇਹ ਠੀਕ ਕਰ ਰਿਹਾ, ਇਹ ਠੀਕ ਕੰਮ ਕਰ ਰਿਹਾ। ਅਗਰ ਤੁਸੀਂ ਇਤਿਹਾਸ ਨੂੰ ਅਗਰ ਜਿਹੜੇ ਸਾਨੂੰ ਪ੍ਰਚਾਰ ਰਹਿ ਗਿਆ ਇਤਿਹਾਸ, ਉਹਨੂੰ ਸੁਣੋ, ਔਰ ਜਿਹੜਾ ਐਕਚੁਅਲ ਇਤਿਹਾਸ ਜਿਹੜਾ ਖੋਜੀਆਂ ਨੇ ਖੋਜ ਕਰਕੇ ਦਿੱਤਾ, ਔਰ ਤੁਸੀਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਦੇਖੋ ਉਹਨਾਂ ਨੇ ਜਿਹੜੀ ਲਿਖਤਾਂ ਪਈਆਂ ਹੋਈਆਂ ਕਿ 30 ਮਾਰਚ 1664 ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਇੱਥੇ ਦਿੱਲੀ ਬੁਲਾਇਆ। ਜਿਸ ਟਾਈਮ ਗੁਰੂ ਸਾਹਿਬ ਨੂੰ ਇੱਥੇ ਚੇਚਕ ਦਾ ਰੋਗ ਹੋਇਆ, ਉਹ ਗੁਰੂ ਸਾਹਿਬ ਦੀ ਜਿਹੜੀ ਇੱਥੇ ਜੋਤੀ ਜੋਤ ਸਮਾਣਾ ਆਇਆ, ਉਸ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਮੌਜੂਦ ਸੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੇ ਆਪ ਇੱਥੇ ਉਹਨਾਂ ਨੂੰ ਇੱਥੇ ਗੁਰਤਾ ਗੱਦੀ ਦੀ। ਲੇਕਿਨ ਹੋਇਆ ਉਸ ਟਾਈਮ ਇਹ ਸੀ ਕਿ ਜਿਹੜਾ ਇਸ ਟਾਈਮ ਉੱਥੇ ਬੜੀ ਗਿਣਤੀ ਦੇ ਬੰਦੇ ਸੀ, ਬਹੁਤ ਥੋੜੇ ਜੋ ਗੁਰੂ ਸਾਹਿਬ ਦੇ ਨਾਲ ਆਏ, 5-4 ਬੰਦੇ, 5-7 ਬੰਦੇ ਸੀ, ਜਾਂ ਜੋ ਥੋੜੇ ਬਹੁਤ ਇੱਥੇ ਸੀ, ਕਿਉਂਕਿ ਗੁਰੂ ਸਾਹਿਬ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਆਏ ਸੀ ਉਹ ਵੀ ਥੋੜੇ ਜਿਹੇ ਬੰਦੇ ਆਏ ਸੀ, ਤੇ ਜਿਹੜੇ ਬਹੁਤ ਥੋੜੇ ਜਿਹੇ ਬੰਦਿਆਂ ਦੇ ਸਾਹਮਣੇ ਉਹਨਾਂ ਨੇ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੌਂਪ ਦਿੱਤੀ ਸੀ। ਲੇਕਿਨ ਨਾਲ ਹੀ ਇਹ ਕਿਹਾ ਸੀ ਕਿ ਇੱਥੇ ਹੁਣ ਜਿਹੜੀ ਰਸਮਾਂ ਹੈਗੀਆਂ, ਕਿਉਂਕਿ ਜਿਹੜਾ ਦਿੱਲੀ ਦਾ ਜਿਹੜਾ ਬੰਗਲਾ ਸਾਹਿਬ ਜਿਹੜਾ ਹੈਗਾ ਨਾ, ਇਹ ਉਸ ਟਾਈਮ ਦਿੱਲੀ ਦਾ ਹਿੱਸਾ ਨਹੀਂ ਸੀ ਹੈਗਾ, ਇਹਨੂੰ ਪਿੰਡ ਰਾਇਸੀਨਾ ਕਹਿੰਦੇ ਸੀ। ਦਿੱਲੀ ਕਹੀ ਜਾਂਦੀ ਸੀ, ਪੁਰਾਣੀ ਰਾਇਸੀਨਾ ਪਿੰਡ ਕਿਹਾ ਜਾਂਦਾ ਸੀ। ਇਹਦੇ ਰਾਜਾ ਜੈ ਸਿੰਘ ਇੱਥੇ ਦਾ ਰਾਜਾ ਸੀ, ਤੇ ਜਿਹੜੇ ਦਿੱਲੀ ਔਰ ਪੁਰਾਣੀ ਦਿੱਲੀ ਵਾਲੀ ਜਿਹੜੀ ਲਾਲ ਕਿਲੇ ਵਾਲੀ ਦਿੱਲੀ ਸੀ, ਇਹਨੂੰ ਦਿੱਲੀ ਕਹਿੰਦੇ ਸੀ। ਇਹ ਅੰਗਰੇਜ਼ਾਂ ਨੇ ਬਾਅਦ ਚ ਮਿਲਾ ਕੇ ਨਵੀਂ ਦਿੱਲੀ ਪੁਰਾਣੀ ਦਿੱਲੀ ਕਰ ਦਿੱਤੀ। ਐਕਚੁਅਲ ਰਾਇਸੀਨਾ, ਇਹ ਰਾਇਸੀਨਾ ਪਿੰਡ ਸੀ, ਇੱਥੇ ਰਾਜਾ ਜੈ ਸਿੰਘ ਦਾ ਰਾਜ ਸੀ। ਤੇ ਇੱਥੇ ਕਿਉਂਕਿ ਔਰੰਗਜ਼ੇਬ ਦਾ ਬੜਾ ਜ਼ੋਰ ਸੀ, ਤੇ ਉੱਥੇ ਉਹਨਾਂ ਨੇ ਠੀਕ ਨਹੀਂ ਸਮਝਿਆ ਕਿ ਇੱਥੇ ਅਸੀਂ ਰਸਮ ਗੁਰਤਾ ਗੱਦੀ ਦਿੱਤੀ ਹੈ ਤਾਂ ਕਿ ਸਰਕਾਰ ਨੂੰ ਖਬਰ ਮਿਲ ਜਾਏ ਔਰ ਇੱਥੇ ਆ ਕੇ ਕੋਈ ਰੋਲਾ ਪੈ ਜਾਏ ਜਾਂ ਕੋਈ ਇੰਟਰਪਸ਼ਨ ਕਰਨ ਦੀ ਮਤਲਬ ਇਹੋ ਜਿਹੀ ਕੋਸ਼ਿਸ਼ ਹੋਏ। ਇਸ ਕਰਕੇ ਉਹਨਾਂ ਨੇ ਗੁਰਤਾ ਗੱਦੀ ਦੇ ਕੇ ਉਹਨਾਂ ਨੂੰ ਉਸ ਟਾਈਮ ਉੱਥੇ ਭੇਜ ਦਿੱਤਾ ਸੀ, ਔਰ ਇਹ ਕਿਹਾ ਸੀ ਕਿ ਤੁਸੀਂ ਜਿਹੜਾ ਰਸਮ ਜਾਂ ਜੋ ਵੀ ਫੰਕਸ਼ਨ ਹੈ, ਜੋ ਵੀ ਕੁਝ ਕਰਨਾ ਹੈ, ਉਹ ਤੁਸੀਂ ਬਕਾਲੇ ਜਾ ਕੇ ਕਰੋ, ਕਿ ਬਕਾਲੇ ਜਿਹੜਾ ਸੀ ਉਹ ਪੂਰਾ ਗੜ੍ਹ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ। ਇਹ ਇਤਿਹਾਸ ਦੇ ਵਿੱਚ ਗੱਲਾਂ ਆਈਆਂ ਹੀ ਨਹੀਂ ਸਾਡੇ ਵਿੱਚ ਸਾਹਮਣੇ। ਹੁਣ ਨੈਕਸਟ ਜਿਹੜੀ ਗੱਲ ਆਉਂਦੀ ਹੈ ਮੱਖਣ ਸ਼ਾਹ ਲੁਬਾਣੇ ਵਾਲੀ। ਦੇਖੋ ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਉਹ ਗੁਜਰਾਤੀ ਵਪਾਰੀ ਸੀ, ਔਰ ਗੁਜਰਾਤੀ ਵਪਾਰੀ ਸੀ, ਔਰ ਮੱਖਣ ਸ਼ਾਹ ਲੁਬਾਣੇ ਦਾ ਜਿਹੜੇ ਪਿਤਾ ਦਾ ਨਾਮ ਸੀ ਉਹ ਸੀ ਭਾਈ ਦਾਸਾ। ਭਾਈ ਦਾਸਾ ਜਿਹੜਾ ਸੀ ਉਹ ਮੱਖਣ ਸ਼ਾਹ ਲੁਬਾਣੇ ਦਾ ਪਿਤਾ ਸੀ, ਔਰ ਪਿਛਲੇ ਮਤਲਬ ਗੁਰੂ ਹਰਗੋਬਿੰਦ ਸਾਹਿਬ ਦੇ ਇਹਨਾਂ ਦਾ ਦਾਦਾ ਵੀ ਉਹ ਥੋੜਾ ਜਿਹਾ ਅਟੈਚ ਸੀ। ਅਗਰ ਪਿਛਲੀ ਇਹਨਾਂ ਦੀ ਇਤਿਹਾਸ ਦੇਖੀਏ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਥੋੜਾ ਬਹੁਤ ਅਟੈਚ ਸੀ, ਔਰ ਜਿਹੜਾ ਇਹਨਾਂ ਦਾ ਪਿਤਾ ਸੀ ਭਾਈ ਦਾਸਾ ਉਹ ਪੂਰੀ ਤਰ੍ਹਾਂ ਜਿਹੜਾ ਹੈ ਗੁਰੂ ਘਰ ਦੇ ਤੋਂ ਸਮਰਪਿਤ ਸੀ। ਤੇ ਜਿਹੜੀ ਕਹਾਣੀ ਸਾਨੂੰ ਸੁਣਾਈ ਜਾਂਦੀ ਹੈ ਕਿ ਮੱਖਣ ਸ਼ਾਹ ਲੁਬਾਣਾ ਜਹਾਜ਼ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਸੀ, ਉਹ ਸਿੱਖ ਨੇ ਬੈਠਾ ਸੀ, ਉਹਨੇ ਕਿਹਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਧਿਆਨਾ, ਤੇ ਉਹਨਾਂ ਨੇ ਧਿਆਇਆ ਤੇ ਉਹ ਮੋਢਾ ਲਾਤਾ। ਮਤਲਬ ਉਹ ਇਤਿਹਾਸ ਦੇ ਵਿੱਚ ਨਾ ਜਦੋਂ ਕੋਈ ਵੀ ਹਿਸਟਰੀ ਪੜ੍ਹੀ ਜਾਂਦੀ ਨਾ, ਤੇ 2-3-4 ਕੁਐਸਚਨ ਜ਼ਰੂਰ ਉੱਠਣੇ ਚਾਹੀਦੇ ਨੇ। ਕਦੋਂ, ਕਿਸ ਤਰ੍ਹਾਂ, ਕਿੰਨੇ,
ਕਿਤੇ ਕਿਤੇ ਵਿੱਚ ਇਹ 4-5 ਕੁਐਸਚਨ ਦੇ ਸਾਨੂੰ ਆਨਸਰ ਮਿਲਣੇ ਚਾਹੀਦੇ ਕਿ ਉਹ ਜਹਾਜ਼ ਕਿਹੜੀ ਤਰੀਕ ਨੂੰ ਡੁੱਬਿਆ, ਕਿੱਥੇ ਡੁੱਬਿਆ, ਕਿੰਨੇ ਕਿਸ ਤਰ੍ਹਾਂ ਮੋਢਾ ਲਾਤਾ, ਤੇ ਕਿਹੜੇ ਕਿਹੜੇ ਬੰਦੇ ਸੀ। ਇਹ ਸਾਰੇ ਜਵਾਬ ਸਾਨੂੰ ਮਿਲਦੇ ਨਹੀਂ। ਉਹ ਕਿਹੜੇ ਜਹਾਜ਼ ਕਿਹੜੇ ਸ਼ਹਿਰ ਦੇ ਵਿੱਚ ਤੇ ਕਿਹੜੇ ਸਮੁੰਦਰ ਤੇ ਕਿਹੜੀ ਜਗ੍ਹਾ ਤੇ, ਸਾਨੂੰ ਅੱਜ ਤੱਕ ਕੋਈ ਨਹੀਂ ਦੱਸਦਾ, ਬਸ ਜਹਾਜ਼ ਸੀ। ਲੇਕਿਨ ਮੱਖਣ ਸ਼ਾਹ ਲੁਬਾਣਾ ਜਿਹਨੂੰ ਇਹ ਕਿਹਾ ਜਾਂਦਾ ਕਿ ਉਹਨੂੰ ਉਸ ਟਾਈਮ ਕੋਈ ਸਿੱਖ ਬੈਠਾ ਸੀ ਬੜਾ ਨਿਸ਼ਚਿੰਤ ਹੋ ਕੇ, ਮੱਖਣ ਸ਼ਾਹ ਲੁਬਾਣਾ ਪੁੱਛਦਾ ਵੀ ਤੂੰ ਕਿਉਂ ਨਿਸ਼ਚਿੰਤ ਬੈਠਾ ਹੈ ਜਹਾਜ਼ ਦੇ ਵਿੱਚ? ਉਹ ਕਹਿੰਦਾ ਜੀ ਮੈਂ ਤੇ ਆਪਣੇ ਗੁਰੂ ਨੂੰ ਧਿਆ ਰਿਹਾ, ਤੇ ਤੂੰ ਵੀ ਯਾਦ ਕਰ ਤੇ ਤੇਰਾ ਟਿਕਾਣੇ ਲੱਗ ਜਾਏਗਾ। ਤੇ ਉਹਨੇ ਵੀ ਯਾਦ ਕੀਤਾ ਤੇ ਗੁਰੂ ਸਾਹਿਬ ਨੇ ਪਤਾ ਨਹੀਂ ਕਿਹੜੇ ਐਡਾ ਵੱਡਾ ਜਹਾਜ਼ ਕਿਸ ਤਰ੍ਹਾਂ ਮੋਢੇ ਨਾਲ ਲਾ ਕੇ, ਕੋਈ ਗੱਲ ਦੀ ਨਾ ਬੰਦੀ ਨਹੀਂ ਗੱਲ। ਲੇਕਿਨ ਹਾਂ ਇਹ ਗੱਲ ਹੈਗੀ ਕਿ ਮੱਖਣ ਸ਼ਾਹ ਲੁਬਾਣਾ ਬੜਾ ਵੱਡਾ ਵਪਾਰੀ ਸੀ। ਉਹਦੀ ਜਿਹੜੀ ਹੈ ਗੁਰੂ ਘਰ ਦੇ ਵਿੱਚ ਬੜੀ ਪਹੁੰਚ ਸੀ ਔਰ ਬੜਾ ਵੱਡਾ ਜ਼ਬਰਦਸਤ ਉਹਨਾਂ ਦਾ ਬਿਜ਼ਨਸ ਵਪਾਰ ਸੀ। ਔਰ ਜਦੋਂ ਉਹਨੇ ਆ ਕੇ ਫਿਰ ਇਹ ਜਿਹੜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਉੱਥੇ ਦੀਵਾਲੀ ਦੇ ਉੱਤੇ ਆ ਜਿਹੜਾ ਫੰਕਸ਼ਨ ਕੀਤਾ ਗਿਆ ਗੁਰਤਾ ਗੱਦੀ ਦਾ, ਜਿਹੜਾ ਉਹਨਾਂ ਨੇ ਐਕਚੁਅਲ ਜਿਹੜਾ ਪ੍ਰੋਗਰਾਮ ਕਰਨਾ ਸੀ, ਉਸ ਟਾਈਮ ਫਿਰ ਜਿਹੜੇ ਧੀਰ ਮਲੀਏ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਦੇ ਨਾਲ ਮਿਲ ਕੇ, ਤੇ ਉਸ ਸਿਚੁਏਸ਼ਨ ਨੂੰ ਸੰਭਾਲਣ ਵਾਲਾ ਮੱਖਣ ਸ਼ਾਹ ਲੁਬਾਣਾ ਸੀ, ਕਿਉਂਕਿ ਉਹਦਾ ਰੁਤਬਾ ਬੜਾ ਸੀ। ਤੁਸੀਂ ਇਹ ਸਮਝ ਲਓ ਕਿ ਅੱਜ ਕਿਉਂਕਿ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਦੇ ਨਾਲ ਸੀ, ਇਸ ਕਰਕੇ ਸਾਰੀ ਸਿਚੁਏਸ਼ਨ ਸੰਭਾਲ ਗਿਆ। ਅੱਜ ਦਾ ਤੁਸੀਂ ਐਗਜ਼ਾਮਪਲ ਸਮਝ ਲਓ ਕਿ ਅੰਬਾਨੀ ਸਮਝ ਲਓ, ਇੰਨਾ ਵੱਡਾ ਇੰਡਸਟਰੀਜ਼ ਹੈਗਾ, ਲੇਕਿਨ ਇਹ ਗੱਲ ਵੱਖਰੀ ਹੈ ਕਿ ਸਰਕਾਰ ਨਾਲ ਮਿਲਿਆ। ਲੇਕਿਨ ਅੱਜ ਅੰਬਾਨੀ ਕਿਸੇ ਚੰਗੇ ਪਾਸੇ ਕਰਨਾ ਚਾਹੇ ਤਾਂ ਕੁਝ ਵੀ ਕਰ ਸਕਦਾ, ਇੰਨੀ ਪਾਵਰ ਉਹਦੇ ਕੋਲ ਹੈਗੀ। ਤੇ ਮੱਖਣ ਸ਼ਾਹ ਲੁਬਾਣਾ ਇੰਨਾ ਪਾਵਰਫੁਲ ਸੀ, ਉਹਨੇ ਸਾਰੀ ਸਿਚੁਏਸ਼ਨ, ਕਿਉਂਕਿ ਧੀਰ ਮੱਲੀਆਂ ਨੂੰ ਵੀ ਉਹਨੇ ਕਾਬੂ ਕੀਤਾ। ਫਿਰ ਜਦੋਂ ਗੋਲੀ ਚਲਾਈ ਤੇ ਉਹਦੇ ਕੋਲ ਆਪਣੀ ਫੋਰਸ ਵੀ ਹੈਗੀ ਸੀ, ਇੰਨੀ ਫੋਰਸ ਸੀ ਉਹਦੇ ਅੱਗੇ ਧੀਰ ਮੱਲੀਆਂ ਦੇ। ਉਹਨੇ ਸਾਰੇ ਬੰਦਿਆਂ ਨੂੰ ਉਹਨੇ ਪਕੜ ਕੇ ਗੁਰੂ ਸਾਹਿਬ ਦੇ ਅੱਗੇ ਪੇਸ਼ ਕੀਤਾ ਔਰ ਸਾਰੀ ਸਿਚੁਏਸ਼ਨ ਸੰਭਾਲ ਕੇ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਤੇ ਉਸ ਮੱਖਣ ਸ਼ਾਹ ਲੁਬਾਣੇ ਨੇ ਬਿਠਾਇਆ। ਇਸ ਕਰਕੇ ਮੱਖਣ ਸ਼ਾਹ ਲੁਬਾਣੇ ਦਾ ਨਾਮ ਸਭ ਤੋਂ ਉੱਪਰ ਆਇਆ ਕਿ ਇਹਨੇ ਗੁਰੂ ਜਿਹੜਾ ਲੱਭ ਕੇ ਦਿੱਤਾ, ਗੁਰੂ ਲਾਦੋ ਰੇ, ਉਹ ਸਭ ਤੋਂ ਉੱਪਰ ਨਾਮ ਹੈ ਕਿ ਇਹਨੇ ਸਾਰੀ ਸਿਚੁਏਸ਼ਨ ਨੂੰ ਇਕੱਲੇ ਹੈਂਡਲ ਕਰਕੇ ਜਿਹੜਾ ਗੁਰਤਾ ਗੱਦੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿਵਾਉਣ ਦੇ ਸਭ ਤੋਂ ਹੈਲਪ ਕੀਤੀ ਹੈ। ਸੋ ਇਹ ਇਸ ਤਰੀਕੇ ਦੇ ਨਾਲ ਇਹ ਕੰਮ ਹੋਇਆ, ਜਿਹੜਾ ਕਿ ਸਾਨੂੰ ਕਹਾਣੀ ਇਹ ਸੁਣਾ ਦਿੱਤੀ ਕਿ ਉਹ ਪਤਾ ਨਹੀਂ ਕਿਹੜਾ ਜਹਾਜ਼ ਤੇ ਕਿਹੜਾ ਉਹਨੇ ਗੁਰੂ ਲਾਦੋ ਰੇ। ਸੋ ਇਹ ਗੱਲਾਂ ਜਿਹੜੀਆਂ ਨਾ ਇਹ ਸਾਨੂੰ ਆਮ ਦੱਸੀਆਂ ਨਹੀਂ ਜਾਂਦੀਆਂ, ਸਾਡੇ ਨਾਲ ਕੀਤੀਆਂ ਨਹੀਂ ਜਾਂਦੀਆਂ, ਲੇਕਿਨ ਜਦੋਂ ਅਸੀਂ ਐਕਚੁਅਲ ਇਤਿਹਾਸ ਪੜਾਂਗੇ ਤਾਂ ਸਾਨੂੰ ਸਮਝ ਆਏਗੀ। ਹੁਣ ਇਹ ਜਿਹੜਾ ਸ਼ਬਦ ਜਿਹੜਾ ਹੈਗਾ ਨਾ, ਸ਼ਬਦ ਦੇ ਵਿੱਚ ਉਸ ਜਿਹੜੀ 23 ਸਾਲ ਦੀ ਜਿਹੜੀ ਕਹਾਣੀ ਹੈ ਨਾ, ਉਹ ਇੱਕਦਮ ਝੂਠੀ ਪੈ ਜਾਂਦੀ ਕਿ ਗੁਰੂ ਸਾਹਿਬ ਐਕਚੁਅਲ ਕਹਿ ਕੀ ਰਹੇ ਨੇ ਔਰ ਕਰਨੀ ਉਹਨਾਂ ਦੀ ਕੀ ਹੈਗੀ। ਜੇ ਅਸੀਂ ਉਹਨੂੰ ਗੱਲ ਨੂੰ ਸਹੀ ਮੰਨਦੇ ਆ ਤਾਂ ਸਾਨੂੰ ਇਹ ਸਾਰੀਆਂ ਡੇਟਾ ਉਹਨੂੰ ਕੱਟ ਕਰਨੀਆਂ ਪੈਣਗੀਆਂ। ਜਿਹੜਾ ਬੰਦਾ ਕਹਿੰਦਾ ਨਾ ਕਿ 23 ਸਾਲ ਦਾ, ਇਹ ਸਾਰੀਆਂ ਜਿਹੜੀਆਂ ਡੇਟਾ ਹੈਗੇ ਨਾ, ਜਿਹੜੀਆਂ ਕਿ ਉੱਤੇ ਦੇ ਸਥਾਨ ਵੀ ਬਣੇ ਹੋਏ ਨੇ, ਭਾਵੇਂ ਗੁਰੂ ਕਾ ਬਾਗ ਹੈ ਜਾਂ ਹਰਿਦੁਆਰ ਹੈ ਜਾਂ ਕਾਸ਼ੀ ਹੈ ਜਾਂ ਪਟਨਾ ਹੈ, ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ, ਉੱਥੇ ਦੀਆਂ ਡੇਟਾ ਹੈਗੀਆਂ, ਇਹ ਸਾਰੀਆਂ ਡੇਟਾ ਉਹਨੂੰ ਕੱਟਣੀਆਂ ਪੈਣਗੀਆਂ। ਔਰ ਸਾਰੀਆਂ ਗੁਰਬਾਣੀ ਦੇ ਜਿਹੜੇ ਉਦਾਹਰਣ ਹੈ ਉਹਨੂੰ ਕੱਟਣੇ ਪੈਣਗੇ, ਤਾਂ ਜਾ ਕੇ ਕੋਈ ਮੰਨੇਗਾ ਕਿ ਹਾਂ ਵੀ 23 ਸਾਲ ਉਹ ਭੋਰੇ 'ਚ ਰਹੇ। ਇਹ ਦੋ ਚੀਜ਼ਾਂ ਕੱਟਣੀਆਂ ਪੈਣਗੀਆਂ ਉਹਨੂੰ। ਸੋ ਇਹ ਸਾਡੇ ਕੋਲ ਬੜੇ ਵੱਡੇ ਉਦਾਹਰਣ ਹੈਗੇ ਨੇ। ਹੁਣ ਜਿਹੜੀ ਇਹ ਗੱਲ ਕੀਤੀ ਗਈ ਨਾ, ਪ੍ਰਾਣੀ ਕੌਣ ਉਪਾਅ ਕਰੇ, ਜਾਤੇ ਭਗਤ ਰਾਮ ਕੀ ਪਾਵੇ, ਜਮ ਕੋ ਤਰਾਸ ਹਰੇ। ਜਮ ਦਾ ਤਰਾਸ, ਜਮਾਂ ਦਾ ਡਰ ਜਿਹਨੂੰ ਮਿਟ ਜਾਏ। ਹੁਣ ਜਮ ਜਿਹੜਾ ਅਗਰ ਗੁਰਬਾਣੀ ਦਾ ਕਨਸੈਪਟ ਪੜ੍ਹੀਏ ਅਸੀਂ, ਜਮ ਕਿਹਨੂੰ ਕਹਿੰਦੇ ਨੇ ਕਿ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਸੋ ਇਹ ਸਾਨੂੰ ਸਮਝ ਆਉਂਦੀ ਕਿ ਕਾਮ ਕ੍ਰੋਧ ਵਿਕਾਰ ਜਿਹਨੇ ਨੇ ਇਹ ਜਮ ਹੈਗੇ ਨੇ। ਔਰ ਇਹਨਾਂ ਜਮਾਂ ਨੂੰ ਹਟਾਉਣ ਦਾ ਜਿਹੜਾ ਤਰੀਕਾ ਹੈਗਾ ਉਹ ਹੈ ਗਿਆਨ, ਨੌਲੇਜ। ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੌਖਿਆ, ਚੂਕਾ ਜਮ ਸਿਉ ਮੇਲ। ਇਹ ਚਾਨਣ ਦਾ ਮਤਲਬ ਹੈਗਾ ਗਿਆਨ ਦਾ ਚਾਨਣ। ਸੋ ਗਿਆਨ ਜਿਹੜਾ ਹੈ ਸਭ ਤੋਂ, ਨੌਲੇਜ ਜਿਹੜੀ ਹੈ ਨਾ, ਅਸੀਂ ਸਾਰੀ ਨੌਲੇਜ ਦੀ ਗੱਲ ਕਰ ਰਹੇ ਹਾਂ, ਸਾਨੂੰ ਇੱਕ ਨੌਲੇਜ ਮਿਲ ਜਾਂਦੀ ਹੈ, ਜੋ ਗਿਆਨ ਮਿਲ ਜਾਂਦਾ ਤੇ ਉਹ ਸਾਰੇ ਜਿਹੜੇ ਭਰਮ ਨੇ ਨਾ ਉਹ ਐਵੇਂ ਹਟ ਜਾਂਦੇ ਨੇ। ਹੁਣ ਸਾਨੂੰ ਕੋਈ ਆ ਕੇ ਕਹੇ ਕਿ 23 ਸਾਲ ਵਾਲੀ ਕਹਾਣੀ, ਅਸੀਂ ਭਰਮ ਹੈ ਸਾਡੇ ਵਾਸਤੇ, ਅਸੀਂ ਐਵੇਂ ਹਟਾ ਦੇਂਗੇ ਕਿ ਫਾਲਤੂ ਦੀ ਗੱਲ। ਅਸੀਂ 4 ਕੁਐਸਚਨ ਪੁੱਛਾਂਗੇ, ਕੋਈ ਜਵਾਬ ਹੀ ਨਹੀਂ ਹੋਏਗਾ। ਤੋ ਅੱਜ ਦੀ ਜਿਹੜੇ ਵਿਦਵਾਨ ਜਿਹੜੇ ਗੱਲ ਕਰ ਰਹੇ ਨੇ ਨਾ ਕਿ 3 ਘੱਲੂਘਾਰੇ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਹੋਏ ਨੇ, 2 ਉਹ ਤੇ ਇੱਕ 84 ਦਾ ਜੈਨੋਸਾਈਡ ਜਿਹਨੂੰ ਅਸੀਂ ਕਹਿੰਦੇ ਹਾਂ, ਨਸਲ ਕੁਸ਼ਤੀ ਦੀ ਗੱਲ, ਉਹ ਇੱਕ ਚੌਥਾ ਘੱਲੂਘਾਰਾ ਹੋਰ ਸ਼ੁਰੂ ਹੋਇਆ ਪਿਆ। ਉਹ ਇਸ ਟਾਈਮ ਚੌਥਾ ਘੱਲੂਘਾਰਾ, ਉਹ ਘੱਲੂਘਾਰਾ ਜਾਨ ਮਾਲ ਦਾ ਨਹੀਂ, ਉਹ ਹੈ ਗਿਆਨ ਨੂੰ ਮਾਰਨ।
ਇਹ ਗਿਆਨ ਦਾ ਜਿਹੜਾ ਕਤਲ ਕਰਨਾ ਨਾ, ਇਹ ਆਪਣੇ ਆਪ ਦੇ ਵਿੱਚ ਘੱਲੂਕਾਰਾ, ਇਹ ਬੜੇ ਵੱਡਾ ਘੱਲੂਕਾਰਾ, ਸਭ ਤੋਂ ਖਤਰਨਾਕ ਘੱਲੂਕਾਰਾ ਇਸ ਟਾਈਮ ਸ਼ੁਰੂ ਹੋ ਗਿਆ। ਉਹ ਸਾਹਮਣੇ ਨਹੀਂ ਆਉਂਦਾ, ਲੇਕਿਨ ਇਹ ਗਿਆਨ ਦਾ ਜਿਹੜਾ ਕਤਲ ਹੋ ਰਿਹਾ ਨਾ, ਇਹ ਗਿਆਨ ਦਾ ਕਤਲ ਹੀ ਹੈ ਕਿ ਸਾਨੂੰ ਭੁਲੇਖੇ ਹੋਰ ਨਵੀਆਂ ਕਹਾਣੀਆਂ ਦੇ ਸਾਨੂੰ ਉਲਝਾ ਦਿੱਤਾ ਗਿਆ। ਸੋ ਇਹ ਇੱਕ ਨਵਾਂ ਘੱਲੂਕਾਰਾ ਜਿਹੜਾ ਹੈ ਇਸ ਟਾਈਮ ਸਿੱਖਾਂ ਦੇ ਵਿੱਚ ਵਰਤ ਰਿਹਾ। ਹੁਣ ਅੱਗੇ ਕਹਿੰਦੇ ਨੇ, ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਕਰੀ। ਸਭ ਕੁਐਸਚਨ ਹੀ ਹੈਗੇ ਨੇ ਕਿ ਕਿਹੜਾ ਕਰਮ ਕਰਾਂ, ਵਿਦਿਆ ਕਿਹੜੀ ਹੋਏ, ਔਰ ਧਰਮ ਕਿਹੜਾ ਕਰਾਂ। ਕੌਣ ਨਾਮ ਜਾਂ ਕਹਿ ਸਿਮਰੈ, ਭਵ ਸਾਗਰ ਕੋ ਤਰੇ। ਕਿਹੜਾ ਨਾਮ ਸਿਮਰਨਾ, ਸਾਰੇ ਕੁਐਸਚਨ ਨੇ, ਪਹਿਲੇ ਸਾਰੇ ਕੁਐਸਚਨ ਨੇ। ਜਿਹੜਾ ਭਵ ਸਾਗਰ ਤੋਂ, ਭਵ ਮਤਲਬ ਡਰ ਦਾ ਜਿਹੜਾ ਸਾਗਰ ਹੈ, ਇਸ ਤੋਂ ਪਾਰ ਹੋਇਆ। ਹੁਣ ਇਹਦਾ ਆਨਸਰ ਕਹਿੰਦੇ ਨੇ, ਕੱਲ ਮੈਂ ਏਕ ਨਾਮ ਕਿਰਪਾਨਿਤ, ਜਾਹੇ ਜਪੇ ਕਤ ਪਾਵੇ। ਇੱਕ ਨਾਮ, ਹੁਣ ਇਸ ਤੇ ਜਿਹੜਾ ਨਾਮ ਹੈ ਨਾ, ਏਕ ਨਾਮ, ਏਕ ਦੇ ਕੱਕੇ ਨੂੰ ਹੀ ਔਂਕੜ ਲੱਗੇ ਸੀ, ਔਂਕੜ ਨੂੰ ਬੜਾ ਪੜ੍ਹ ਚੁੱਕੇ ਆ, ਔਂਕੜ ਦਾ ਕੀ ਮਤਲਬ ਹੈ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ, ਗੁਰ ਬਿਨ ਪਰਮ ਜਪੈ ਜਪ ਦੂਜਾ। ਜਿਹੜਾ ਗੁਰੂ ਦੇ ਬਿਨਾਂ ਜਪਣਾ ਨਾ, ਉਹ ਵੀ ਜਪਣਾ, ਇਹ ਨਹੀਂ ਹੈ ਕਿ ਜਪਣਾ ਨਹੀਂ ਹੈ, ਜਾਪ ਉਹ ਵੀ ਹੁੰਦਾ ਹੈ। ਗੁਰ ਬਿਨ ਪਰਮ ਜਪੈ ਜਪ ਦੂਜਾ। ਜੇ ਜਪ ਤੇ ਰਿਹਾ, ਲੇਕਿਨ ਦੂਜਾ ਕੁਝ ਹੋਰ ਜਪ ਰਿਹਾ, ਗੁਰੂ ਨੂੰ ਨਹੀਂ ਜਪ ਰਿਹਾ, ਜੇ ਉਹਦੇ ਸੱਚ ਸ਼ਾਮਲ ਨਹੀਂ। ਸੋ ਏਕ ਨਾਮ ਕਿਰਪਾ ਦੀ ਜਾਹੇ ਜਪੇ ਗਤ ਪਾਵੇ। ਜਿਹੜੀ ਉਹ ਕਿਰਪਾ, ਭਾਵ ਕਿਰਪਾ ਦਾ ਮਤਲਬ ਗਿਆਨ ਹੀ ਹੈ, ਕਿਰਪਾ ਦਾ ਮਤਲਬ ਉਹ ਐਨਲਾਈਟਨ ਹੋ ਜਾਣਾ। ਜੇ ਅੱਜ ਸਾਨੂੰ ਕੋਈ ਗੱਲ ਸਮਝ ਆਈ ਹੈ ਤੇ ਇਹ ਸਮਝੋ ਸਾਡੇ ਤੇ ਕਿਰਪਾ ਹੋ ਗਈ ਹੈ। ਕਿਰਪਾ ਦਾ ਇੰਨਾ ਹੀ ਕਨਸੈਪਟ ਹੈਗਾ। ਔਰ ਧਰਮ ਜਾ ਕੇ ਸਮ ਨਾਹਿਨ, ਇਹ ਬਿਦ ਵੇਦ ਬਤਾਵੇ। ਹੁਣ ਇੱਥੇ ਜਿਹੜਾ ਨਾ ਔਰ ਧਰਮ, ਇੱਥੇ ਤੁਸੀਂ ਥੋੜੀ ਗ੍ਰਾਮਰ ਵੱਲ ਧਿਆਨ ਦੇਈਏ। ਅਗਰ ਤੁਹਾਡੇ ਕੋਲ ਲੱਗਾ, ਪਹਿਲੇ ਵੀ ਧਰਮ ਦਾ ਨਾਮ ਆਇਆ, ਪਹਿਲੇ ਆਇਆ ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਪਾਵੇ। ਉੱਥੇ ਧਰਮ ਦੇ ਮੰਮੇ ਨੂੰ ਔਂਕੜ ਲੱਗੀ ਹੋਈ ਹੈ। ਕਿਹੜਾ ਧਰਮ, ਉਹ ਇੱਕ ਖਾਸ ਧਰਮ ਦੀ ਗੱਲ ਕੀਤੀ ਹੈ, ਇੱਕੋ ਧਰਮ ਦ੍ਰਿੜੇ ਸਭ ਕੋਏ। ਤੇ ਜਿਹੜਾ ਥੱਲੇ ਜਦੋਂ ਆਇਆ ਨਾ ਔਰ ਧਰਮ, ਔਰ ਧਰਮ ਮਤਲਬ ਹੋਰ ਵੀ ਕਈ ਸਾਰੇ ਧਰਮ ਹੈਗੇ ਨੇ। ਔਰ ਧਰਮ ਤਾਂ ਕਿ ਸਮ ਨਾਹਿਨ, ਇਹ ਬਿਦ ਵੇਦ ਬਤਾਵੇ। ਉਸ ਜਿਹੜਾ ਗਿਆਨ ਦਾ ਮਿਲ ਜਾਣਾ, ਜਾਂ ਕਿਰਪਾ ਦਾ ਮਿਲ ਜਾਣਾ, ਜਾਂ ਇੱਕ ਨਾਮ ਦਾ ਮਿਲ ਜਾਣਾ, ਉਹ ਜਿਹੜਾ ਕੰਮ ਹੈ ਨਾ, ਉਹ ਹੋਰਾਂ ਧਰਮਾਂ ਤੋਂ, ਹਾਲਾਂਕਿ ਮਤਲਬ ਉਹ ਵੀ ਧਰਮ ਦੇ ਨਾਮ ਹੇਠ ਹੀ ਕੀਤਾ ਜਾਂਦਾ। ਜਿਹਨੂੰ ਇਹ ਕਹਿੰਦਾ ਕਿ ਜੇ ਜਾਣਸ ਬ੍ਰਹਮਮ ਕਰਮਮ, ਸਭ ਫੋਕਟ ਨਿਸ਼ਚੋ ਕਰਮ। ਜਿਹੜੇ ਬੰਦਾ ਧੂਫ ਅਗਰਬੱਤੀ ਕਰ ਰਿਹਾ, ਜਾਂ ਮੱਥੇ ਟੇਕ ਰਿਹਾ, ਜਾਂ ਪਿੱਪਲ ਨੂੰ ਫੁੱਲ ਚੜਾ ਰਿਹਾ, ਆਪਣੇ ਵੱਲੋਂ ਤੇ ਉਹ ਵੀ ਧਰਮ ਦਾ ਹੀ ਕੰਮ ਕਰ ਰਿਹਾ। ਉਹ ਵੀ ਤਾਂ ਇਹੀ ਸੋਚ ਕੇ ਕਰ ਰਿਹਾ ਕਿ ਮੈਂ ਧਰਮ ਕੰਮ ਕਰ ਰਿਹਾ, ਉਹ ਕੁਝ ਹੋਰ ਥੋੜਾ ਕਰ ਰਿਹਾ। ਲੇਕਿਨ ਉਹ ਕਹਿੰਦੇ ਨੇ ਸਭ ਫੋਕਟ ਕਰਮ ਨੇ, ਭਾਵੇਂ ਧਰਮ ਕਹੀ ਜਾਏ, ਲੇਕਿਨ ਇੱਥੇ ਔਰ ਧਰਮ ਤਾਂ ਕਿ ਸਮ ਨਾਹਿਨ, ਇਹ ਬਿਦ ਵੇਦ ਬਤਾਵੇ। ਹੁਣ ਇਹ ਜਿਹੜੀ ਵਿਧੀ ਹੈ ਨਾ, ਵੇਦ ਦੱਸਦਾ, ਲੇਕਿਨ ਇੱਥੇ ਵੇਦ ਦੇ ਦੱਦੇ ਨੂੰ ਔਂਕੜ ਲੱਗੀ ਹੈ। ਹੁਣ ਵੇਦ ਤੇ ਚਾਰ ਨੇ, ਜੇ ਚਾਰ ਹੈ, ਬਹੁਵਚਨ ਹੈਗਾ, ਤੇ ਇੱਥੇ ਵੇਦ ਦੇ ਦੱਦੇ ਨੂੰ ਔਂਕੜ ਨਹੀਂ ਹੋਣੀ ਚਾਹੀਦੀ ਸੀ, ਕਿਉਂਕਿ ਬਹੁਵਚਨ ਹੋ ਗਿਆ। ਲੇਕਿਨ ਇਹਦੇ ਵੇਦ ਦਾ ਮਤਲਬ ਗਿਆਨ ਹੈ, ਕਿਉਂਕਿ ਜਦੋਂ ਗੁਰਬਾਣੀ ਦੇ ਅਸੀਂ ਪੜ੍ਹਦੇ ਆ ਨਾ, ਜਦੋਂ ਜ਼ਿਆਦਾ ਵੇਦਾਂ ਦੀ ਗੱਲ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਗ੍ਰੰਥ ਦੀ ਮੁੱਖ ਵੇਦ ਪਾਠ ਦੀ, ਉੱਥੇ ਵੇਦ ਦੇ ਦੱਦੇ ਨੂੰ ਔਂਕੜ ਨਹੀਂ ਲੱਗੀ ਹੋਈ, ਅਸੰਖ ਅਣਗਿਣਤ। ਜਦੋਂ ਅਸੀਂ ਪੜ੍ਹਦੇ ਹਾਂ ਚਾਰੇ ਵੇਦ ਹੋਏ ਸਚਿਆਰ, ਉਹ ਚਾਰੇ ਵੇਦ ਦੀ ਗੱਲ ਕੀਤੀ, ਉੱਥੇ ਦੱਦੇ ਨੂੰ ਔਂਕੜ ਨਹੀਂ ਲੱਗੀ ਹੋਈ, ਚਾਰੋਂ ਵੇਦਾਂ ਦੀ ਗੱਲ ਕੀਤੀ ਹੈ। ਸੋ ਇਹ, ਲੇਕਿਨ ਜਦੋਂ ਵੇਦ ਦੇ ਦੱਦੇ ਨੂੰ ਔਂਕੜ ਲੱਗੀ ਹੈ, ਉੱਥੇ ਜਦੋਂ ਜਤ ਭਾਰ ਧੀਰਜ ਸੁਰਨਿਆਰ ਅਹਰਣ ਮਤ ਵੇਦ ਹਥਿਆਰ, ਉੱਥੇ ਵੇਦ ਹਥਿਆਰ ਜਿਹੜਾ, ਉੱਥੇ ਵੇਦ ਗਿਆਨ ਦੀ ਗੱਲ ਕੀਤੀ ਹੈ, ਉੱਥੇ ਵੇਦ ਦੇ ਦੱਦੇ ਨੂੰ ਔਂਕੜ ਲੱਗੀ ਹੈ। ਉੱਥੇ ਇੱਕ ਸਿੰਬੋਲਿਕ ਕੀਤੀ ਹੈ, ਜਤ ਪਹਾਰਾ ਧੀਰਜ ਸੁਨਿਆਰ, ਧੀਰਜ ਅਹਰਣ ਮਤ ਵੇਦ ਹਥਿਆਰ। ਉਹ ਵੇਦ ਜਿਹੜੀ, ਜਦੋਂ ਉੱਥੇ ਵੇਦ ਦੀ ਹਥਿਆਰ ਦੀ ਜਿਹੜੀ ਗੱਲ ਕੀਤੀ ਨਾ, ਇਹ ਤੇਰਾ ਗਿਆਨ ਹੀ ਸਭ ਤੋਂ ਵੱਡਾ ਹਥਿਆਰ ਹੈ, ਉੱਥੇ ਵੇਦ ਦੇ ਦੱਦੇ ਨੂੰ ਔਂਕੜ ਹੈਗੀ। ਸੋ ਇੱਥੇ ਵੇਦ ਔਰ ਧਰਮ ਤਾਂ ਕਿ ਸਮ ਨਾਹਿਨ, ਇਹ ਬਿਦ ਵੇਦ ਬਤਾਵੇ। ਵੇਦ ਦਾ ਮਤਲਬ ਗਿਆਨ, ਇਹ ਗਿਆਨ ਤੁਹਾਨੂੰ ਦੱਸੇਗਾ ਕਿ ਧਰਮ ਕਿਹੜਾ ਹੈਗਾ। ਸੁਖ ਦੁੱਖ ਰਹਿਤ ਸਦਾ ਨਿਰਲੇਪੀ,
जाको कहत गुसाई, सो तुम ही मैं बसे निरंतर, नानक दर्पण न्याई। सो ਇਹ ਉਸ ਪਰਮਾਤਮਾ ਦੀ, ਉਸ ਰੱਬ ਦੀ ਪਰਿਭਾਸ਼ਾ ਦੱਸੀ ਹੈ ਕਿ ਕਿਹੜੇ ਗਿਆਨ ਦੀ ਗੱਲ, ਕਿਹੜੇ ਸੱਚ ਦੀ, ਕਿਹੜੇ ਰੱਬ ਦੀ ਗੱਲ ਕੀਤੀ ਹੋਈ ਹੈ, ਕਿ ਉਹ ਜਿਹੜਾ ਸੁੱਖ ਦੁੱਖ ਤੋਂ ਨਿਰਲੇਪੀ ਹੈ। ਔਰ ਸੋ ਤੁਮ ਹੀ ਮੈਂ ਬਸੇ ਨਿਰੰਤਰ, ਨਾਨਕ ਦਰਪਣ ਨਹੀਂ। ਜਿਸ ਤਰ੍ਹਾਂ ਦਰਪਣ ਦੇ ਵਿੱਚ ਸਾਨੂੰ ਅਕਸ ਨਜ਼ਰ ਆਉਂਦਾ, ਲੇਕਿਨ ਉਹਨੂੰ ਫੜ ਨਹੀਂ ਸਕਦੇ, ठीक इसी तरह जिस तरह ਅਸੀਂ ਪੜ੍ਹਦੇ ਹਾਂ, ਪੂਹਪ ਮਦ ਜੋ ਬਾਜ਼ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਐਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਸੋ ਇਹ ਗੁਰੂ ਸਾਹਿਬ ਨੇ ਬੜੀ ਸਾਰੀ ਐਗਜ਼ਾਮਪਲਾਂ ਅਸਲ ਦਿੱਤੀ ਹੈ ਕਿ ਗੁਰਬਾਣੀ ਦੇ ਵਿੱਚ ਸਾਨੂੰ ਪਰਮਾਤਮਾ ਕਿਹੋ ਜਿਹਾ, ਉਹਦੀ ਐਗਜ਼ਾਮਪਲ, ਉਹਦੀ ਉਦਾਹਰਣ ਦੇ ਕੇ ਸਾਨੂੰ ਇਹ ਗੱਲ ਸਮਝਾਈਏ। ਸੋ ਪੂਰੇ ਸ਼ਬਦ ਦੇ ਵਿੱਚ ਕਿਤੇ ਵੀ ਰੱਬ ਦੀ ਪ੍ਰਾਪਤੀ ਦਾ ਸਾਧਨ ਕਿਸੇ ਭੋਰੇ ਦੇ ਵਿੱਚ ਬਹਿ ਕੇ, ਕਿਤੇ ਤਪੱਸਿਆ ਕਰਕੇ, ਕਿਤੇ ਕੁਛ ਨਹੀਂ ਹੈਗਾ। ਕੇਵਲ ਤੇ ਕੇਵਲ ਵੇਦ ਔਰ ਗਿਆਨ ਦੀ ਗੱਲ ਕੀਤੀ ਹੈ, ਗਿਆਨ ਦੀ ਗੱਲ ਕੀਤੀ ਹੈ, ਕਿਰਪਾ ਦੀ ਗੱਲ ਕੀਤੀ ਹੈ।